ਗੁਰਬਾਣੀ ਗਾਵਹਿ ਭਾਈ, ਉਹ ਸਫਲ ਸਦਾ ਸੁਖ ਦਾਈ। ਇਹੀ ਤੇਰੀ ਅਵਸਰ, ਇਹ ਤੇਰੀ ਬਾਰ, ਘਟ ਭੀਤਰ ਤੂੰ ਦੇਖੋ ਵਿਚਾਰ। ਕਹੈ ਤੋ ਕਬੀਰ ਜੀਤ ਕੈ ਹਾਰ, ਬਹੁ ਬਿਦੋ ਕਹਿਓ ਪੁਕਾਰ ਪੁਕਾਰ। ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਜਸ ਭਨੀਐ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸ਼ੋਭਾਇਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਆਪਣੇ ਸਮੇਂ ਨੂੰ, ਜੀਵਨ ਨੂੰ ਸਫਲਿਆਂ ਕਰਨ ਦੇ ਲਈ ਹਾਜ਼ਰੀਆਂ ਭਰ ਰਹੇ ਹੋ। ਬੜੇ ਸਹਿਜ ਵਿੱਚ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੁਣਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਕ ਬਾਣੀ ਦਾ ਸ਼ਾਹੀ ਫੁਰਮਾਨ ਆਪ ਸੰਗਤ ਨੂੰ ਸਰਵਣ ਕਰਵਾਉਣਾ ਕੀਤਾ ਹੈ। ਆਓ ਉਸ ਪਵਿੱਤਰ ਬਾਣੀ ਦੀ ਜੋ ਕਥਾ ਵਿਚਾਰ ਹੈ ਉਹਨਾਂ ਗੁਰੂ ਕੇ ਅਲਫਾਜ਼ਾਂ ਦੇ ਨਾਲ ਜੁੜ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਭਾਤੀ ਮਹੱਲਾ ਪਹਿਲਾ। 12 ਮਹਿਰਾਵਲ ਖਪ ਜਾਵਹਿ, ਚਹੋ ਛਿ ਮਹਿ ਸੰਨਿਆਸੀ। ਜੋਗੀ ਕਾਪੜਿਆ ਸਿਰ ਖੂਥੇ, ਬਿਨ ਸ਼ਬਦੈ ਗਲ ਫਾਸੀ। ਚੱਲ ਰਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਦੇ ਵਿੱਚ ਇਹ ਸ਼ਬਦ ਖੁਦ ਖੁਦਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਹੈ। 1332 ਅੰਗ ਉੱਪਰ ਦਰਜ ਹੈ। ਪ੍ਰਭਾਤੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੁਝ ਭੇਖਾਂ ਦਾ ਜ਼ਿਕਰ ਕਰਦੇ ਨੇ। ਹੁਣ ਭੇਖ ਤੋਂ ਭਾਵ ਪਹਿਰਾਵਾ ਹੈ, ਤੇ ਪਹਿਰਾਵੇ ਨੂੰ ਧਰਮ ਦੀ ਦੁਨੀਆ 'ਚ ਉਦੋਂ ਫੋਕ ਮੰਨ ਲਿਆ ਜਾਂਦਾ ਜਦੋਂ ਕੇਵਲ ਚਿੰਨ੍ਹ ਧਾਰੇ ਹੋਣ ਤੇ ਅੰਦਰ ਕੋਈ ਅਧਿਆਤਮਿਕਤਾ ਨਾ ਛਿਪੀ ਹੋਵੇ। ਹੁਣ ਜੇ ਤੋਈ ਨੇ ਵਿੱਚ ਚੌਲ ਹੈ ਨਹੀਂ ਤੇ ਉਹ ਕਿਸੇ ਕਰਮ ਨਹੀਂ ਹੈ ਖੇਤੀ।
ਸੋ ਇਹ ਨਹੀਂ ਸਮਝਣਾ ਵੀ ਮਹਾਰਾਜ ਨੇ ਕਿਸੇ ਭੇਖ ਦਾ ਖੰਡਨ ਕੀਤਾ ਹੈ ਜਾਂ ਕਿਸੇ ਦਾ ਮੰਡਨ ਕੀਤਾ ਹੈ। ਇਹ ਕਈ ਦੁਨੀਆ 'ਤੇ ਸਤਪੁਰਸ਼ ਹੋਏ, ਉਹਨਾਂ ਆਪੋ ਆਪਣੇ ਭੇਖ ਚਲਾਏ, ਸੰਪਰਦਾਵਾਂ ਚਲਾਈਆਂ, ਪਰ ਉਹਨਾਂ ਦੇ ਜਿਹੜੇ ਫੋਲੋਵਰ ਸਨ ਉਹਨਾਂ ਨੇ ਭੇਖ ਤੇ ਧਾਰ ਲਿਆ, ਪਰ ਅਧਿਆਤਮਿਕਤਾ ਨਹੀਂ ਸੀ, ਚੌਂਕੜਾ ਨਹੀਂ ਸੀ, ਰੱਬ ਦੇ ਗੀਤ ਨਾ ਗਾਏ ਗਏ, ਉੱਥੇ ਉਹ ਭੇਖ ਫੋਕਾ ਹੀ ਰਹਿ ਗਿਆ। ਸੋ ਐਸੇ ਜਿਹੜੇ ਕੇਵਲ ਭੇਖ ਦੇ ਧਾਰਨੇ ਵਾਲੇ ਲੋਕ ਨੇ, ਉਹਨਾਂ ਨੂੰ ਮੱਤ ਦਿੱਤੀ ਹੈ ਮਹਾਰਾਜ ਨੇ ਵੀ ਭੇਖ ਉਹ ਸਫਲਾ ਹੈ, ਧਰਮ ਦਾ ਪਹਿਰਾਵਾ ਉਹ ਸਫਲਾ ਹੈ ਜਿਸ ਪਹਿਰਾਵੇ ਦੇ ਅੰਦਰ ਪਰਮਾਤਮਾ ਦਾ ਨਾਮ ਛਿਪਿਆ ਹੋਵੇ। ਹੁਣ ਇੱਥੇ ਜਿਹੜੀ ਪਹਿਲੀ ਉਦਾਹਰਣ ਦਿੱਤੀ ਹੈ 12 ਮਹਿ ਰਾਵਲ, 12 ਤੋਂ ਭਾਵ ਹੈ ਜਿਹੜੇ 12 ਪੰਥ ਨੇ, ਦੁਆਦਸ਼ ਜੋਗੀਆਂ ਦੇ ਜਿਹੜੇ 12 ਧਿਰ ਨੇ ਨਾ, ਜਿਹੜੀਆਂ ਉਹਨਾਂ ਦੀਆਂ 12 ਸੰਪਰਦਾਵਾਂ ਨੇ, 12 ਉਹਨਾਂ ਦੇ ਜਿਹੜੇ ਭੇਖ ਨੇ। ਜਿਹੜਾ ਲਫ਼ਜ਼ ਰਾਵਲ ਹੈ, ਰਾਵਲ ਦਾ ਭਾਵ ਹੈ ਰੌਲਾ ਪਾਉਣਾ, ਤੇ ਜੋਗੀ ਕੀ ਰੌਲਾ ਪਾਉਂਦੇ ਨੇ? ਅਲੱਖ ਅਲੱਖ ਇਹ ਪੁਕਾਰਦੇ ਨੇ ਉਹ। ਸੋ ਮਹਾਰਾਜ ਕਹਿੰਦੇ ਜਿਹੜੇ 12 ਭੇਖ ਨੇ ਜੋਗੀ ਜਨਾਂ ਦੇ। ਅੱਛਾ, ਰਾਵਲ ਇੱਕ ਜੋਗੀਆਂ ਵਿੱਚ ਖਾਸ ਫਿਰਕੇ ਦਾ ਵੀ ਨਾਮ ਹੈ, ਜਿਹਦੇ ਵਿੱਚ ਹਿੰਦੂ ਅਤੇ ਮੁਸਲਮਾਨ ਦੋਨਾਂ ਪੱਖਾਂ ਦੇ ਲੋਕ ਹੁੰਦੇ ਨੇ। ਜਿਵੇਂ ਇਸਲਾਮ ਜਗਤ ਦਾ ਇੱਕ ਫਿਰਕਾ ਸੂਫੀ ਸੰਤ ਨੇ ਨਾ, ਉਹ ਸੂਫੀਆਂ 'ਚ ਵਿਦਾਂਤੀ ਵੀ ਹੋਣਗੇ, ਮੁਸਲਮਾਨ ਵੀ ਹੋਣਗੇ, ਕਈ ਯਹੂਦੀ ਵੀ ਹੁੰਦੇ ਨੇ ਜੋ ਸੂਫੀਜ਼ਮ ਨੂੰ ਧਾਰ ਲੈਂਦੇ ਨੇ। ਖੈਰ, ਮਹਾਰਾਜ ਕਹਿੰਦੇ ਜਿਹੜੇ 12 ਪੰਥ ਨੇ ਰਾਵਲਾਂ ਦੇ, ਜੋਗੀਆਂ ਦੇ, ਜੋਗੀ ਤੋਂ ਭਾਵ ਹੁੰਦਾ ਜਿਹੜਾ ਰੱਬ ਨਾਲ ਜੁੜ ਗਿਆ ਹੈ। ਪਰ ਦੁਨੀਆ 'ਚ ਪ੍ਰਚਲਿਤ ਜੋਗੀ ਪੰਥ ਕਿਹੜਾ ਹੈ? ਪਤੰਜਲੀ ਰਿਸ਼ੀ ਦੇ ਦੱਸੇ 8 ਯੋਗ ਸਾਧਨਾ ਨੂੰ ਕਰਨ ਵਾਲਾ, ਜੋ ਸਾਧਨ ਪਤੰਜਲੀ ਰਿਸ਼ੀ ਨੇ ਮੁਕਤੀ ਦਾ ਕਾਰਨ ਦੱਸੇ ਨੇ, ਉਹਨਾਂ ਯੋਗ ਆਸਣਾ ਨੂੰ ਕਰਨ ਵਾਲਾ ਜੋਗੀ ਸਮਝਿਆ ਗਿਆ ਹੈ। ਅਸ਼ਟਾਂਗ 8 ਆਸਣ ਉਸ ਦੇ ਪ੍ਰਚਲਿਤ ਨੇ, 8 ਅੰਗ ਯੋਗ ਮਤ ਦੇ ਪ੍ਰਚਲਿਤ ਨੇ। ਯਮ ਹੈ, ਨਿਯਮ ਹੈ, ਆਸਨ ਹੈ, ਪ੍ਰਾਣਾਯਾਮ ਹੈ, ਇੱਦਾਂ ਦੇ ਆਸਣ ਨੇ। ਹੁਣ ਮਹਾਰਾਜ ਕਹਿੰਦੇ ਨੇ ਅਸਲ ਯੋਗ ਦਾ ਮਤਲਬ ਹੁੰਦਾ ਹੈ ਰੱਬ ਨਾਲ ਜੋੜ ਆ ਜਾਣਾ, ਜੁੜ ਜਾਣਾ। ਪਰ ਹੁਣ ਇੱਥੇ ਤਨ ਨੂੰ ਤਾਉਂਦੇ ਨੇ, ਸਰੀਰ ਨੂੰ ਦੁੱਖ ਦਿੰਦੇ ਨੇ, ਕੰਨ ਬਣਾ ਲੈਂਦੇ ਨੇ, ਲੱਖ ਲੱਖ ਪੁਕਾਰਦੇ ਨੇ, ਰਾਖ ਮਲ ਲੈਂਦੇ ਨੇ, ਬਾਹਰੀ ਚਿੰਨ੍ਹ ਸਾਰੇ ਹੀ ਧਾਰ ਲਏ, ਭੇਖ ਧਾਰ ਲਿਆ, ਪਰ ਅੰਦਰ ਉਸ ਈਸ਼ਵਰ ਦੀ ਭਗਤੀ ਨਹੀਂ ਹੈ। ਦੇਖੋ, ਜਿੱਥੇ ਤਨ ਨੂੰ ਤਾਉਣ ਦੀ ਗੱਲ ਹੈ ਉੱਥੇ ਗੁਰਬਾਣੀ ਨੇ ਖੰਡਨ ਕੀਤਾ ਵੀ ਐਡਾ ਸੁੰਦਰ ਸਰੂਪ ਪਰਮਾਤਮਾ ਨੇ ਤੁਹਾਨੂੰ ਬਖਸ਼ਿਆ ਹੈ, ਤੁਸੀਂ ਇਹਨੂੰ ਤਾਉਂਦੇ ਹੋ, ਧੂਣੀਆਂ 'ਤੇ ਬਿਠਾਉਂਦੇ ਹੋ, ਪੁੱਠੇ ਲਟਕਦੇ ਹੋ, ਇਹਨੂੰ ਤੰਗੀ ਦਿੰਦੇ ਹੋ। ਕਿਉਂ? ਸਹਿਜ ਵਿੱਚ ਬਹਿ ਕੇ ਰੱਬ ਦੇ ਗੀਤ ਗਾ ਲਵੋ। ਜਿਸ ਯੋਗ ਦਾ ਮੰਡਨ ਹੈ ਉਹ ਹੈ ਰੱਬ ਦੇ ਗੀਤ ਗਾ ਕੇ ਰੱਬ ਵਿੱਚ ਜੁੜਨਾ। ਹੁਣ ਯੋਗ ਸ਼ਾਸਤਰ ਵਾਲੇ ਚਿੱਤ ਨੂੰ ਨਿਰੁੱਧ ਕਰਦੇ ਨੇ, ਦੁਨੀਆ ਤੋਂ ਪਾਸੇ ਕਰਦੇ ਨੇ, ਤੇ ਸਿੱਖ ਜਗਤ ਦੇ ਅੰਦਰ ਯੋਗ ਕੀ ਹੈ? ਭਗਤੀ ਮਾਰਗ 'ਤੇ ਚੱਲ ਕੇ ਪਰਮਾਤਮਾ ਦੀ ਯਾਦ ਵਿੱਚ ਸਮਾਧੀ ਲੀਨ ਹੋਣਾ। ਪੁੱਠੇ ਸਿੱਧੇ ਹੋਣ ਨੂੰ ਯੋਗ ਨਹੀਂ ਕਿਹਾ। ਕਬੀਰ ਜੀ ਨੇ ਬੜਾ ਸੁੰਦਰ ਕਿਹਾ, ਕਬੀਰ ਮੈਂ ਜਾਣਿਓ ਪੜ੍ਹਬੋ ਭਲੋ। ਕਹਿੰਦੇ ਪਹਿਲਾਂ ਮੈਂ ਸੋਚਿਆ ਵੀ ਵਿਦਵਾਨ ਹੋਣਾ ਚਾਹੀਦਾ ਹੈ,
ਕੋਈ ਵਿਦਵਾਨ ਦੀ ਸਭਾ ਵਿੱਚ ਬੜੀ ਜੈ ਜੈਕਾਰ ਹੈ, ਹਰ ਇੱਕ ਨੂੰ ਨਿਰੁੱਤਰ ਕਰ ਦਿੰਦਾ ਹੈ। ਪੜ੍ਹੇ ਬੇ ਸਿਉ ਭਲ ਜੋਗ। ਉਹਦੇ ਬਾਅਦ ਮੈਂ ਵੇਖਿਆ ਵੀ ਜੋਗੀਆਂ ਦੀ ਬੜੀ ਬੱਲੇ ਬੱਲੇ ਹੈ, ਬੜੇ ਆਸਣ ਲਾਉਂਦੇ ਨੇ, ਪੁੱਠੇ ਸਿੱਧੇ ਹੁੰਦੇ ਨੇ, ਲੋਕ ਵਾਹ ਵਾਹ ਕਰਦੇ ਨੇ। ਪਰ ਅਖੀਰ ਤੇ ਇਹ ਗੱਲ ਸਮਝ ਲੱਗੀ ਵੀ ਵਿਦਵਾਨ ਹੋਣਾ ਚਲੋ ਠੀਕ ਹੈ, ਯੋਗ ਆਸਣ ਸਿੱਖ ਲੈਣੇ ਠੀਕ ਹੈ, ਭਗਤ ਨਾ ਛਾਡੋ ਰਾਮ ਕੀ ਭਾਵੇਂ ਨਿੰਦੋ ਲੋਗ, ਪਰ ਸਾਰਿਆਂ ਨਾਲੋਂ ਉੱਚੀ ਅਵਸਥਾ ਹੈ ਪਰਮਾਤਮਾ ਦੀ ਭਗਤੀ ਕਰਨੀ। ਇਹ ਸਾਰਿਆਂ ਤੋਂ ਉੱਚਾ ਪੰਥ ਹੈ, ਉੱਚਾ ਮਾਰਗ ਹੈ, ਉੱਚਾ ਭੇਖ ਹੈ। ਹੁਣ ਭਗਤੀ ਹੈ ਨਹੀਂ ਸੀ ਕੇਵਲ ਲਿਬਾਸ ਧਾਰ ਲੈਣਾ। ਇਸ ਨੂੰ ਗੁਰੂ ਨਾਨਕ ਸਾਹਿਬ ਨੇ ਇਉਂ ਕਿਹਾ ਹੈ, ਫਿਰ ਕਹਿੰਦੇ 12 ਮਹਿ ਰਾਵਲ ਖੱਪ ਜਾਵੈ ਹੈ। ਨਿਰਾ ਭੇਖ ਦੇ ਧਾਰਨੇ ਵਾਲਾ ਇਨਸਾਨ, ਖੱਪ ਦਾ ਮਤਲਬ ਹੈ ਖਪਣਾ, ਖਿਜਣਾ, ਕ੍ਰੋਧਿਤ ਹੋਣਾ ਜਾਂ ਖੁਰਾ ਖੋਜ ਮਿਟ ਜਾਣਾ, ਮੁੱਕ ਜਾਣਾ, ਉਹ ਮਿਟ ਜਾਂਦਾ ਹੈ। ਜਿਹਦੇ ਅੰਦਰ ਨਾਮ ਨਹੀਂ ਹੈ ਨਾ, ਕੇਵਲ ਭੇਖ ਹੈ, ਉਹ ਮਿਟ ਜਾਂਦਾ ਹੈ। ਉਹ ਸਾਰਾ ਜੀਵਨ ਜਿਤਨੇ ਵੀ ਕਰਮ ਧਰਮ ਕਰਦਾ ਹੈ ਉਹ ਖਪਾ ਹੀ ਕਰ ਰਿਹਾ ਹੈ, ਕਿਸੇ ਮੰਜ਼ਿਲ ਤੇ ਪਹੁੰਚਣ ਵਾਲਾ ਨਹੀਂ ਹੈ। ਸੋ ਅੱਗੇ ਭੇਖ ਦੀ ਮਹਾਰਾਜ ਗੱਲ ਕਰਦੇ ਨੇ, ਚਹੋ ਸ਼ਿਵ ਮਹਿ ਸੰਨਿਆਸੀ। ਸੰਨਿਆਸੀ ਉਹ ਹੈ ਜਿਸ ਨੇ ਗ੍ਰਸਤ ਛੱਡ ਦਿੱਤਾ, ਜੰਗਲਾਂ ਵਿੱਚ ਚਲਿਆ ਗਿਆ, ਵੀ ਰਸ ਛੱਡ ਦਿੱਤੇ ਗ੍ਰਸਤ ਦੇ, ਪਰਿਵਾਰ ਛੱਡ ਦਿੱਤਾ, ਮਾਇਆ ਛੱਡ ਦਿੱਤੀ, ਜੰਗਲਾਂ ਵਿੱਚ ਚਲਿਆ ਗਿਆ। ਹੁਣ 10 ਤਰ੍ਹਾਂ ਦੇ ਸੰਨਿਆਸੀ ਲਿਖੇ ਨੇ, 10 ਪ੍ਰਕਾਰ ਦੇ ਇਹਨਾਂ ਦੇ ਨਾਮ ਨੇ। ਤੀਰਥ, ਆਸ਼ਰਮ, ਬਨ, ਗਿਰੀ, ਕੁਝ ਜੰਗਲਾਂ 'ਚ ਰਹਿੰਦੇ, ਕੁਝ ਪਹਾੜਾਂ 'ਤੇ ਜਾਂਦੇ ਨੇ, ਆਦਿ ਕਿੰਨੇ ਕੁ ਜੋ ਜ਼ਿਕਰ ਆਉਂਦਾ ਹੈ। ਮਹਾਰਾਜ ਕਹਿੰਦੇ ਜਿਹੜੇ ਸੰਨਿਆਸੀ ਨੇ 10 ਪ੍ਰਕਾਰ ਦੇ। ਹੁਣ ਸੰਨਿਆਸ ਦੁਨੀਆ ਦੀ ਨਜ਼ਰ ਵਿੱਚ ਉਹਨਾਂ ਲਿਆ ਹੈ ਵੀ ਘਰ-ਬਾਰ ਉਹਨਾਂ ਛੱਡ ਦਿੱਤਾ ਹੈ, ਪਰ ਅਸਲ ਦੇ ਵਿੱਚ ਛੱਡਣੇ ਵਿਕਾਰ ਸੀ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਮੈਂ ਛੱਡਣੀ ਸੀ, ਮੇਰਾ ਛੱਡਣਾ ਸੀ, ਹੰਕਾਰ ਛੱਡਣਾ ਸੀ, ਉਹ ਨਹੀਂ ਛੱਡਿਆ ਗਿਆ। ਜੇ ਕੋਈ ਮਿਲ ਪੈਂਦਾ ਤੇ ਉਹਨੂੰ ਕਹਿੰਦੇ ਮੈਂ ਤੇ ਗ੍ਰਸਤ ਨੂੰ ਲੱਤ ਮਾਰੀ ਹੈ, ਮਾਇਆ ਨੂੰ ਲੱਤ ਮਾਰੀ ਹੈ। ਜੀਵਨ ਸਫਲਾ ਉਸਦਾ ਜਿਸਨੇ ਮੈਂ ਛੱਡ ਦਿੱਤੀ। ਹਰ ਜੀਉ ਹੰਕਾਰ ਨਾ ਭਾਵਈ। ਜਿਸ ਅੰਦਰ ਮੈਂ ਹੈ ਰੱਬ ਨੂੰ ਉਹ ਚੰਗਾ ਨਹੀਂ ਲੱਗਦਾ। ਪਰ ਜਿੰਨਾ ਚਿਰ ਦਾਵਾ ਹੈ ਵੀ ਮੈਂ ਘਰ ਛੱਡਿਆ, ਮੈਂ ਮਾਇਆ ਛੱਡੀ, ਮੈਂ ਨਿਆਣੇ ਛੱਡ ਦਿੱਤੇ, ਕਾਹਦਾ ਘਰ ਛੱਡਿਆ ਹੈ? 2 ਵਕਤ ਦੀ ਰੋਟੀ ਖਾਣ ਲਈ ਹੁਣ 10-12 ਘਰਾਂ 'ਚ ਫਿਰਦਾ ਹੈ, ਇੱਕ ਘਰ ਛੱਡ ਕੇ। ਘਰ ਵਾਲੀ ਛੱਡ ਦਿੱਤੀ। ਹੁਣ ਜਦੋਂ ਘਰਾਂ ਵਿੱਚ ਕੁਝ ਮੰਗਣ ਜਾਣਾ ਹੈ, ਗੈਰ ਇਸਤਰੀਆਂ ਨੂੰ ਬੁਰੀ ਨਜ਼ਰ ਨਾਲ ਵੇਖਣਾ ਹੈ, ਕਾਹਦੀ ਘਰ ਵਾਲੀ ਛੱਡੀ ਹੈ? ਇਹ ਨਿਆਣੇ ਛੱਡ ਕੇ ਹੀ ਆਇਆ, 13-14 ਚੇਲੇ ਰੱਖੇ ਨੇ ਲੱਤਾਂ ਕੁੱਟਣ ਨੂੰ, ਕੀ ਛੱਡਿਆ ਹੈ? ਵੀ ਛੱਡਣੇ ਵਿਕਾਰ ਨੇ ਘਰ ਛੱਡ ਦਿੱਤਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੋਗੀ ਮਾਤੇ ਜੋਗ ਧਿਆਨ, ਸੰਨਿਆਸੀ ਮਾਤੇ ਅਹੰਮੇਵ। ਜੋਗੀਆਂ ਨੂੰ ਮਾਣ ਹੈ ਵੀ ਗਿਆਨ ਧਿਆਨ ਬੜਾ ਜਾਣਦੇ ਆ, ਬੜੇ ਬੜੇ ਆਸਣ ਲਾਉਣੇ ਜਾਣਦੇ ਆ, ਮਾਣ ਹੈ। ਜਿੱਥੇ ਮਾਣ ਹੈ, ਹੰਕਾਰ ਹੈ, ਉੱਥੇ ਰੱਬ ਨਹੀਂ ਹੁੰਦਾ। ਸੰਨਿਆਸੀਆਂ ਨੂੰ ਮਾਣ ਹੈ ਮੈਂ ਸਭ ਕੁਝ ਤਿਆਗ ਦਿੱਤਾ ਹੈ, ਘਰ-ਬਾਰ ਛੱਡਿਆ ਹੈ, ਪਰ ਮਹਾਰਾਜ ਕਹਿੰਦੇ ਮੈਂ ਤੇ ਮੇਰੀ ਛੱਡੀ ਨਾ ਗਈ। ਅਹੰਮੇਵ ਵਿੱਚ ਨੇ। ਗ੍ਰਸਤੀਆਂ ਨੂੰ ਬੜਾ ਨੀਵਾਂ ਸਮਝਦੇ ਨੇ ਵੀ ਇਹ ਤੇ ਵਿਕਾਰਾਂ ਵਿੱਚ, ਪਰਿਵਾਰਾਂ ਵਿੱਚ ਜਕੜੇ ਲੋਕ ਨੇ, ਅਸੀਂ ਬੜੇ ਤਿਆਗੀ ਹਾਂ। ਕਹਿੰਦੇ ਹਮ ਵੱਡ ਕਬ ਕੁਲੀਨ, ਹਮ ਪੰਡਤ ਹਮ ਜੋਗੀ। ਇਹ ਸਾਰਿਆਂ 'ਚ ਮੈਂ ਹੈ। ਜਿੱਡਾ ਚਾਹੇ ਕੋਈ ਪੰਡਤ ਹੈ, ਬ੍ਰਾਹਮਣ ਹੈ, ਜੋਗੀ ਹੈ, ਸੰਨਿਆਸੀ ਹੈ, ਅਗਰ ਰੰਚਕ ਮਾਤਰ ਵੀ ਉਹਦੇ ਅੰਦਰ ਮੈਂ ਹੈ, ਹੰਕਾਰ ਦਾ ਛੇਕ ਹੈ, ਤੇ ਜੀਵਨ ਦੀ ਬੇੜੀ ਡੁੱਬੀ ਸਮਝੋ। ਉਹ ਭੇਖ ਬਣ ਕੇ ਰਹਿ ਗਿਆ, ਵਿਖਾਵਾ ਬਣ ਕੇ ਰਹਿ ਗਿਆ। ਗਿਆਨੀ ਗੁਣੀ ਸੂਰ ਹਮ ਦਾਤੇ,
ਇਹ ਬੁੱਧ ਕਬੈ ਨਾ ਨਾਸੀ। ਗਿਆਨ ਦਾ ਕਿਸੇ ਨੂੰ ਮਾਣ ਹੈ, ਕਿਸੇ ਨੂੰ ਦਾਤੇ ਹੋਣ ਦਾ ਵੀ ਮੈਂ ਬੜਾ ਵੰਡਦਾ ਹਾਂ, ਕੋਈ ਆਪਣੀ ਸੂਰਬੀਰਤਾ ਤੇ ਮਾਣ ਕਰਦਾ ਹੈ। ਮਹਾਰਾਜ ਕਹਿੰਦੇ ਜਿਸ ਵੀ ਭੇਖ ਦੇ ਵਿੱਚ ਮਾਣ ਹੈ, ਮਨ ਦੇ ਭਾਂਡੇ ਵਿੱਚ ਮਾਣ ਹੈ, ਉੱਥੇ ਰੱਬ ਨਹੀਂ ਜੇ ਟਿਕਦਾ। ਕਹੋ ਰਵਿਦਾਸ ਸਭੈ ਨਹੀਂ ਸਮਝਸ ਭੂਲ ਪਰੇ ਜੈਸੇ ਬਉਰੇ। ਇਹ ਸਮਝ ਨਹੀਂ ਰਹੇ ਭਗਤ ਰਵਿਦਾਸ ਜੀ ਕਹਿੰਦੇ, ਬੌਰੇ ਹੋਏ ਫਿਰਦੇ ਨੇ ਹੰਕਾਰ ਵਿੱਚ, ਮੋਹੇ ਆਧਾਰ ਨਾਮ ਨਾਰਾਇਣ ਜੀਵਨ ਪ੍ਰਾਨ ਧਨ ਮੋਰੇ। ਕਹਿੰਦੇ ਮੇਰਾ ਆਸਰਾ ਕੇਵਲ ਅਕਾਲ ਪੁਰਖ ਦਾ ਨਾਮ ਹੈ, ਨਾ ਮੈਨੂੰ ਆਸਣ ਹੀ ਆਉਂਦੇ ਨੇ, ਨਾ ਮੈਨੂੰ ਕੋਈ ਜੋਗ ਮਤ ਦਾ ਹੀ ਗਿਆਨ ਹੈ, ਨਾ ਮੈਂ ਕੋਈ ਸੰਨਿਆਸ ਹੀ ਲਿਆ ਹੈ। ਘਰ ਪਰਿਵਾਰ ਵਿੱਚ ਰਹਿੰਦਾ ਪਰਮਾਤਮਾ ਦੇ ਨਾਮ ਦਾ ਆਸਰਾ, ਉਹਦੇ ਤੋਂ ਲਹਿਦਾ ਕੁਝ ਵੀ ਨਹੀਂ, ਜੀਵਨ ਸਫਲਾ ਹੈ। ਤੇ ਜਿੱਥੇ ਭੇਖ ਦਾ ਹੰਕਾਰ ਹੈ, ਜਿੱਥੇ ਭੇਖ ਦੇ ਅੰਦਰ ਬੰਦਗੀ ਨਹੀਂ, ਮਹਾਰਾਜ ਕਹਿੰਦੇ ਨੇ ਉਹ ਖਾ ਪੀ ਰਹੇ ਨੇ, ਹੋਰ ਕੁਝ ਵੀ ਨਹੀਂ ਹੈ। ਜੋਗੀ ਕਾਪੜੀਆ ਸਿਰ ਖੂਥੇ, ਬਿਨ ਸ਼ਬਦੈ ਗਲ ਫਾਸੀ। ਜਿੱਥੇ ਜੋਗੀਆਂ ਦੀ ਗੱਲ ਕੀਤੀ ਹੈ, ਉੱਥੇ ਅੱਗੇ ਹੈ ਕਾਪੜੀਆ, ਚੀਥੜੇ ਧਾਰੀ, ਤਲੀਆਂ ਦੀ ਗੋਦੜੀ ਅਥਵਾ ਚੋਲਾ ਪਹਿਨਣ ਵਾਲੇ, ਲੀਰਾਂ ਪਹਿਨਣ ਵਾਲੇ। ਇਹ ਵੀ ਇੱਕ ਸੰਪਰਦਾਇ ਹੈ। ਇਹਨਾਂ ਦੀ ਹਿਸਟਰੀ ਬਾਬਤ ਗੂਗਲ 'ਤੇ ਤੁਸੀਂ ਇਨਸਾਈਕਲੋਪੀਡੀਆ ਪੜ੍ਹੋ, ਉੱਥੇ ਤੁਹਾਨੂੰ ਪਤਾ ਲੱਗ ਜਾਵੇਗਾ। ਖੈਰ ਲੀਰਾਂ ਜੀਆਂ ਪਹਿਨ ਲੈਂਦੇ ਨੇ, ਜਾਂ ਕਾਪੜੀਆ ਕਹਿ ਲਓ, ਕੋਈ ਚੰਗੇ ਵਸਤਰ ਪਹਿਨਦਾ ਹੋਵੇ। ਹੁਣ ਮਹਾਰਾਜ ਕਹਿੰਦੇ ਨੇ ਚਾਹੇ ਕੋਈ ਜੋਗੀ ਹੈ, ਤਨ 'ਤੇ ਸੁਆਹ ਮਲੀ ਫਿਰਦਾ ਹੈ, ਕੋਈ ਸੰਨਿਆਸੀ ਹੈ, ਕੋਈ ਕਾਪੜੀਆ ਹੈ। ਅੱਛਾ, ਇੱਕ ਕਾਪੜੀਏ ਪੰਜਾਬ ਦੇ ਵਿੱਚ ਬ੍ਰਾਹਮਣਾਂ ਦੇ ਵਿੱਚੋਂ ਵੀ ਨੇ, ਇੱਕ ਫਿਰਕਾ ਹੈ, ਉਹ ਬ੍ਰਾਹਮਣਾਂ ਨਾਲੋਂ ਥੋੜ੍ਹਾ ਵਰਣ ਵੰਡ ਵਿੱਚ ਨੀਵੇਂ ਨੇ। ਬ੍ਰਾਹਮਣ ਆਪਣੇ ਆਪ ਨੂੰ ਉਹਨਾਂ ਤੋਂ ਏ ਗ੍ਰੇਡ ਸਮਝਦੇ ਨੇ। ਹੁਣ ਐਸੇ ਜਿਤਨੇ ਵੀ ਪੰਥ ਨੇ, ਮਹਾਰਾਜ ਕਹਿੰਦੇ ਨੇ ਅੱਗੇ ਹੈ ਸਿਰ ਖੂਥੇ। ਜਦੋਂ ਸਿਰ ਖੁੱਥੇ ਦਾ ਜ਼ਿਕਰ ਆਵੇਗਾ ਬਾਣੀ ਵਿੱਚ, ਸਿਰ ਖੁੱਥੇ ਤੋਂ ਭਾਵ ਹੋਵੇਗਾ ਜਿਹੜੇ ਇੱਕ ਇੱਕ ਵਾਲ ਪਟਾਉਂਦੇ ਨੇ ਸਿਰ ਦਾ, ਜਾਂ ਜਿਤਨੇ ਵੀ ਕਾਪੜੀਏ ਨੇ, ਪੰਥ ਨੇ। ਕਾਪੜੀਆ ਲਫ਼ਜ਼ ਵੀ ਬਾਣੀ ਵਿੱਚ ਕਾਫੀ ਆਉਂਦਾ ਹੈ। ਹਾਥ ਕਮੰਡਲ ਕਾਪੜੀਆ, ਹਾਥ ਕਮੰਡਲ ਕਾਪੜੀਆ, ਮਨ ਤ੍ਰਿਸ਼ਨਾ ਉਪਜੀ ਭਾਰੀ। ਭੇਖ ਤੇ ਹੈ ਪਰ ਮਨ ਵਿੱਚ ਤ੍ਰਿਸ਼ਨਾ ਹੈ, ਭੁੱਖ ਹੈ, ਮਨ ਵਿੱਚ ਵਿਕਾਰ ਨੇ, ਭੇਖ ਸਫਲਾ ਨਹੀਂ ਹੋਵੇਗਾ। ਇਸਤਰੀ ਤਜ ਕਰ ਕਾਮ ਵਿਆਪਿਆ, ਚਿਤ ਲਾਇਆ ਪਰ ਨਾਰੀ। ਕਾਹਦਾ ਘਰ ਛੱਡਿਆ, ਕਾਹਦਾ ਸੰਨਿਆਸ ਲਿਆ। ਜਿੱਥੇ ਮੰਗਣ ਜਾਂਦਾ ਉੱਥੇ ਹੀ ਪਰ ਇਸਤਰੀ ਵਿੱਚ ਮਨ ਲਾ ਲੈਂਦਾ। ਘਰ ਵਾਲੀ ਛੱਡੀ ਤੇ ਕੀ ਹੋ ਗਿਆ ਕਹਿੰਦੇ। ਇਉਂ ਜਿਹੜੇ ਸਿਰ ਖੁੱਥੇ ਨੇ, ਜਿਨ੍ਹਾਂ ਦਾ ਸਿਰ ਖੁੱਸਿਆ ਹੋਇਆ ਹੈ, ਵਾਲ ਭਾਵ ਪੁੱਟੇ ਹੋਏ ਨੇ, ਇਹ ਜੈਨੀਆਂ ਦੇ ਵਿੱਚ ਇੱਕ ਫਿਰਕਾ ਹੈ। ਸਿਰ ਖੋਹਾਏ ਪੀਐ ਮਲਵਾਣੀ, ਸਿਰ ਖੋਹਾਏ ਪੀਐ ਮਲਵਾਣੀ, ਝੂਠਾ ਮੰਗ ਮੰਗ ਖਾਹੀ। ਇਹਨਾਂ ਬਾਰੇ ਹੀ ਇਹ ਸਾਰਾ ਸ਼ਬਦ ਗੁਰੂ ਨਾਨਕ ਸਾਹਿਬ ਨੇ ਉਚਾਰਿਆ ਹੈ। ਉਹ ਜਦੋਂ ਮੰਗ ਕੇ ਖਾਂਦੇ ਨੇ ਨਾ, ਉਹ ਕਹਿੰਦੇ ਜੋ ਘਰ ਵਿੱਚ ਝੂਠ ਬਚੀ ਹੈ ਉਹ ਖਾਣੀ ਹੈ। ਸਿਰ ਖੁਹਾਏ, ਕੱਲਾ ਕੱਲਾ ਵਾਲ ਖੁਆਉਂਦੇ ਨੇ, ਸ਼ੁੱਧ ਪਾਣੀ ਨਹੀਂ ਪੀਂਦੇ, ਬਚਿਆ ਖੁਚਿਆ ਗੰਦਾ ਪਾਣੀ ਪੀਂਦੇ ਨੇ। ਉਹਨਾਂ ਦੀ ਸੋਚ ਪਤਾ ਕੀ ਹੈ, ਵਾਲ ਤਾਂ ਪਟਾਉਂਦੇ ਨੇ ਵੀ ਸਿਰ ਵਿੱਚ ਕਿਤੇ ਜੂਆਂ ਨਾ ਪੈ ਜਾਣ, ਤੇ ਕਿਤੇ ਜਾਣੇ ਅਣਜਾਣੇ 'ਚ ਕੋਈ ਜੂੰ ਮਰ ਨਾ ਜਾਵੇ। ਉਹ ਵਾਲ ਹੀ ਪੁੱਟ ਦਿਓ, ਜੀਵ ਹੱਤਿਆ ਹੀ ਨਹੀਂ ਹੋਵੇਗੀ। ਜਦੋਂ ਜੂਆਂ ਹੀ ਨਾ ਪੈਣਗੀਆਂ ਤੇ ਮਰੇਗਾ ਕੀ। ਅੱਛਾ, ਦੂਸਰਾ ਪੱਖ ਹੈ ਮਲਵਾਣੀ। ਉਹ ਮੈਲਾ ਪਾਣੀ ਪੀਂਦੇ ਨੇ। ਹੁਣ ਦੇਖੋ, ਆਪਾਂ ਪਾਣੀ ਨੂੰ ਲਿਵਿੰਗ ਬੀਇੰਗਸ ਦੇ ਵਿੱਚ ਗਿਣਦੇ ਹਾਂ, ਉਹਦੇ 'ਚ ਬੈਕਟੀਰੀਆ ਆਦਿਕ ਬੜੇ ਜੀਵ ਜੰਤੂ ਹੁੰਦੇ ਨੇ। ਹੁਣ
ਇਹ ਮੈਲਾ ਪਾਣੀ ਕਿਉਂ ਪੀਂਦੇ ਨੇ? ਦੂਸਰੇ ਪੱਖ ਵਿੱਚ ਜਿਹੜਾ ਛੱਪੜ ਦਾ ਪਾਣੀ ਹੈ ਨਾ, ਉਹ ਇੱਕ ਜਗ੍ਹਾ ਇਕੱਠਾ ਹੋਇਆ ਰਹਿੰਦਾ ਹੈ, ਪਿਆ ਰਹਿੰਦਾ ਹੈ, ਉਹਦੀ ਸ਼ੁੱਧਤਾ ਖਤਮ ਹੋ ਜਾਂਦੀ ਹੈ, ਜੀਵ ਜੰਤੂ ਉਹਦੇ ਵਿਚਲੇ ਮਰ ਜਾਂਦੇ ਨੇ। ਹੁਣ ਇਹ ਮੈਲਾ ਪਾਣੀ ਇਸ ਲਈ ਪੀਂਦੇ ਨੇ ਵੀ ਜੇ ਸ਼ੁੱਧ ਜਲ ਛਕਿਆ, ਉਹ ਜਿਹੜਾ ਜੀਵਨ ਦਾ ਆਧਾਰ ਹੈ, ਜਿਹਦੇ ਵਿੱਚ ਜੀਵ ਜੰਤੂ ਜਿੰਦਾ ਨੇ, ਠੀਕ ਹੈ, ਉਹ ਅਗੋਚਰ ਨੇ, ਅੱਖਾਂ ਨੂੰ ਨਜ਼ਰੀ ਨਹੀਂ ਆਉਂਦੇ, ਪਰ ਜੇ ਮਾਈਕਰੋਸਕੋਪ ਨਾਲ ਦੇਖੋ ਤੇ ਬੜਾ ਕੁਝ ਹੁੰਦਾ ਜਲ ਵਿੱਚ। ਉਹ ਕਹਿੰਦੇ ਮੈਲਾ ਪਾਣੀ ਪੀਓ, ਉੱਥੇ ਤੇ ਹੈ ਹੀ ਕੁਝ ਨਹੀਂ, ਸਭ ਕੁਝ ਅੱਗੇ ਹੀ ਮੋਇਆ ਹੈ, ਪਾਪ ਨਹੀਂ ਲੱਗੇਗਾ। ਜੇ ਸ਼ੁੱਧ ਜਲ ਛਕਿਆ ਤੇ ਫਿਰ ਕੋਈ ਜੀਵ ਜੰਤੂ ਮਰ ਜਾਵੇਗਾ ਅੰਦਰ ਜਾ ਕੇ, ਸੂਖਸ਼ਮ ਜੀਵ ਕੋਈ ਮਰ ਜਾਵੇਗਾ। ਤੇ ਜੂਠਾ ਇਸ ਲਈ ਖਾਂਦੇ ਨੇ ਕਿਉਂਕਿ ਜੇ ਆਪ ਰਿੰਨ ਭੁੰਨ ਕੇ ਖਾਧਾ ਤੇ ਜਦੋਂ ਅਨਾਜ ਨੂੰ ਰਿੰਨਣ ਭੁੰਨਣਗੇ ਤੇ ਉਹ ਜੋ ਵੀ ਅਨਾਜ ਦੇ ਵਿੱਚ ਜੀਵ ਜੰਤੂ ਨੇ, ਬੈਕਟੀਰੀਆ ਦੇ ਕੋ ਮਰ ਜਾਣਗੇ, ਸਾਨੂੰ ਪਾਪ ਲੱਗੇਗਾ, ਕਿਸੇ ਦਾ ਬਚਿਆ ਹੀ ਖਾ ਲਵੋ। ਇੱਦਾਂ ਦੀ ਉਹਨਾਂ ਦੀ ਸੋਚ ਹੈ। ਸੋ ਉਹਨਾਂ ਬਾਰੇ ਮਹਾਰਾਜ ਨੇ ਕਾਫੀ ਲਿਖਿਆ ਹੈ। ਕਹਿੰਦੇ ਪਾਣੀ ਵੇਖ ਕੇ ਸੰਗਦੇ ਨੇ ਔਰ ਐਸੇ ਉਹ ਕਰਮ ਕਰਦੇ ਨੇ, ਵਾਲ ਉਹਨਾਂ ਦੇ ਸਿਰ ਦੇ ਖੋਏ ਜਾਂਦੇ ਨੇ, ਸਵਾ ਆਦਿਕ ਉਹਨਾਂ ਨੇ, ਮਹਾਰਾਜ ਕਹਿੰਦੇ ਨੇ, ਮਲੀ ਹੁੰਦੀ ਹੈ ਸਿਰ ਦੇ ਕੇਸਾਂ ਨੂੰ ਭਸਮ ਜਦੋਂ ਪਟਾਉਂਦੇ ਨੇ ਵਾਲਾਂ ਨੂੰ। ਗੁਰੂ ਸਾਹਿਬ ਕਹਿੰਦੇ ਮਾਪੇ ਵੀ ਉਹਨਾਂ ਦੇ ਬੜੇ ਦੁਖੀ, ਕਿਉਂਕਿ ਮਾਪਿਆਂ ਦੀ ਜਿਹੜੀ ਕਿਰਤ ਸੀ ਨਾ, ਉਹ ਨਾ ਛੱਡ ਦਿੱਤੀ ਹੈ। ਮਾਊ ਪੀਓ ਕਿਰਤ ਗਵਾਇਨ, ਮਾਊ ਪੀਓ ਕਿਰਤ ਗਵਾਇਨ, ਟੱਬਰ ਰੋਵਨ ਧਾਹੀ। ਉਹ ਪਰਿਵਾਰ ਵੀ ਰੋਂਦੇ ਨੇ ਵੀ ਸਾਡੇ ਵਾਲੀ ਕਿਰਤ ਛੱਡ ਕੇ ਕਿਹੜੇ ਬੰਨੇ ਤੁਰ ਪਏ ਨੇ। ਸਦਾ ਕੁਚੀਲ ਰਹ ਹੈ ਦਿਨ ਰਾਤੀ, ਮੱਥੈ ਟਿੱਕੇ ਨਾਹੀ। ਮਹਾਰਾਜ ਕਹਿੰਦੇ ਬ੍ਰਾਹਮਣਾਂ ਵਾਂਗੂ ਇਹ ਟਿੱਕੇ ਵੀ ਨਹੀਂ ਲਾਉਂਦੇ, ਕੁਚੀਲ ਜੇ ਰਹਿੰਦੇ ਨੇ, ਮੈਲੇ ਜੇ ਰਹਿੰਦੇ ਨੇ, ਨਹਾਉਣ ਧੋਣ ਤੋਂ ਇਹ ਦੂਰ ਰਹਿੰਦੇ ਨੇ। ਇਹਨਾਂ ਨੇ ਲੱਕ ਦੇ ਨਾਲ ਨਾ ਪਿਆਲੇ ਬੱਧੇ ਹੁੰਦੇ ਨੇ ਜਲਾਦਕ ਛਕਣ ਦੇ ਲਈ, ਹੱਥਾਂ ਵਿੱਚ ਚੌਰੀਆਂ ਫੜੀਆਂ ਹੁੰਦੀਆਂ ਵੀ ਕੋਈ ਜੀਵ ਜੰਤੂ ਨਾ ਆ ਜਾਵੇ, ਹਵਾ ਵਿੱਚ ਕੋਈ ਸੂਖਸ਼ਮ ਜੀਵ ਨਾ ਆ ਜਾਵੇ। ਇੱਕ ਕਤਾਰ 'ਚ ਹੀ ਤੁਰਦੇ ਨੇ, ਪੈਰ ਬੋਚ ਕੇ ਰੱਖਦੇ ਨੇ, ਕੋਈ ਜੀਵ ਹੱਤਿਆ ਨਾ ਹੋ ਜਾਵੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜੀਆ ਮਾਰ ਜੀਵਾਲੈ, ਸੋਈ ਅਵਰ ਨਾ ਕੋਈ ਰਾਖੈ। ਇਹ ਜੀਵ ਜਿਹੜੇ ਨੇ, ਇਹਨਾਂ ਦਾ ਮਰ ਜਾਣਾ, ਇਹਨਾਂ ਦਾ ਪੈਦਾ ਹੋਣਾ ਰੱਬ ਦੇ ਹੱਥ ਵਿੱਚ ਹੈ। ਤੁਸੀਂ ਚਾਹ ਕੇ ਵੀ ਕਿਸੇ ਨੂੰ ਰੱਖ ਨਹੀਂ ਸਕਦੇ ਤੇ ਚਾਹ ਕੇ ਵੀ ਕਿਸੇ ਨੂੰ ਮਾਰ ਨਹੀਂ ਸਕਦੇ। ਸੋ ਮਹਾਰਾਜ ਕਹਿੰਦੇ ਐਸਾ ਇਹਨਾਂ ਦਾ ਜੀਵਣਾ ਹੈ। ਨਾਨਕ ਸਿਰ ਖੁੱਤੇ ਸ਼ੈਤਾਨੀ, ਇਹਨਾਂ ਗੱਲ ਨਾ ਭਾਣੀ। ਪਰ ਇਹਨਾਂ ਨੂੰ ਚੰਗੀ ਗੱਲ ਕਿੱਥੇ ਸੋਭਦੀ ਹੈ? ਜੇ ਇਹਨਾਂ ਨੂੰ ਆਖੋ ਭਾਈ ਇਸ਼ਨਾਨ ਕਰੋ, ਇਹ 84 ਦੇ ਗੇੜ ਤੋਂ ਬਾਅਦਾ ਕਿਤੇ ਬੜਾ ਕੀਮਤੀ ਮਨੁੱਖਾ ਜਨਮ ਮਿਲਿਆ ਹੈ, ਸਰੀਰ ਨੂੰ ਸਾਂਭੋ, ਸਾਫ ਸਫਾਈ ਰੱਖੋ, ਇਸ਼ਨਾਨ ਕਰੋ, ਚੌਂਕੜਾ ਲਾਓ, ਰੱਬ ਦੇ ਗੀਤ ਗਾਓ, ਤੇ ਕਹਿੰਦੇ ਇਹੋ ਜਿਹੀਆਂ ਗੱਲਾਂ ਇਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ। ਸੋ ਭੇਖ ਹੀ ਭੇਖ ਹੈ, ਰੱਬ ਦੀ ਗੱਲ ਨਹੀਂ ਇਹ ਕਰਦੇ। ਇੱਦਾਂ ਦੇ ਜਿਹੜੇ ਮਹਾਰਾਜ ਕਹਿੰਦੇ ਲੋਕ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ ਬਿਨ ਸ਼ਬਦੈ ਗੱਲ ਫਾਸੀ। ਚਾਹੇ ਜੋਗੀਆਂ ਦਾ ਭੇਖ ਹੈ, ਚਾਹੇ ਸੰਨਿਆਸੀਆਂ ਦਾ ਭੇਖ ਹੈ, ਚਾਹੇ ਕਾਪੜੀਆਂ ਦਾ ਭੇਖ ਹੈ, ਤੇ ਚਾਹੇ ਸਿਰ ਖੁੱਥੇ ਨੇ, ਜੇ ਨਾਮ ਨਹੀਂ, ਸ਼ਬਦ ਨਹੀਂ, ਜੇ ਜੜ ਨਹੀਂ ਤੇ ਰੁੱਖ ਫਲ ਫੁੱਲ ਨਹੀਂ ਦਿੰਦਾ, ਫੋ ਕੀ ਹੈ? ਲਿਬਾਸ ਕਿਸੇ ਕੰਮ ਨਹੀਂ ਆਵੇਗਾ। ਕਹਿੰਦੇ ਇਉਂ ਸਮਝ ਲਓ, ਸ਼ਬਦ ਤੋਂ ਬਿਨਾ, ਨਾਮ ਤੋਂ ਬਿਨਾ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੱਲ ਫਾਸੀ। ਜਨਮ ਅਤੇ ਮਰਨ ਦੀ ਫਾਹੀ ਗਲ ਪਈ ਰਹਿੰਦੀ ਹੈ, ਵਿਕਾਰਾਂ ਦੀ ਫਾਹੀ ਗਲ ਪਈ ਰਹਿੰਦੀ ਹੈ, ਦੁੱਖਾਂ ਦੀ ਫਾਹੀ ਗਲ ਪਈ ਰਹਿੰਦੀ ਹੈ। ਸੋ ਕੋਈ ਵੀ ਤੇਰਾ ਭੇਖ ਹੈ, ਭੇਸ ਹੈ, ਧਰਮ ਹੈ, ਕਿਸੇ ਵੀ ਧਰਮ ਦੇ ਤੂੰ ਚਿੰਨ੍ਹ ਧਾਰਦਾ ਏ ਤਾਂ ਹੀ ਸਫਲੇ ਨੇ, ਜੇ ਅੰਦਰ ਨਾਮ ਹੈ, ਜੇ ਪਰਮਾਤਮਾ ਦਾ ਨਾਮ ਹੈ ਤੇਰੇ ਅੰਦਰ। ਹੁਣ ਕੋਈ ਜੰਝੂ ਧਾਰ ਲਵੇ, ਤਿਲਕ ਬੋਦੀ ਦਾ ਪਹਿਰਾ ਕਰ ਲਵੇ, ਜੇ ਰੱਬ ਦੇ ਗੀਤ ਨਹੀਂ ਗਾਉਂਦਾ ਤੇ ਕਾਹਦਾ ਸਨਾਤਨ ਮਤੀਆ ਹੈ। ਹੁਣ ਆਪਾਂ 5 ਕਕਾਰ ਪਾ ਲਈਏ, ਸਿੱਖ ਸਿੰਘ ਸੱਜ ਗਏ, ਜੇ ਅੰਦਰ ਸਿੱਖੀ ਨਹੀਂ, ਬਾਣੀ ਨਹੀਂ, ਤੇ ਫਿਰ ਇਹ ਜਿਹੜਾ
ਚੋਲਾ ਹੈ ਜਾਂ ਕਕਾਰ ਹੈ, ਮਹਾਰਾਜ ਕਹਿੰਦੇ ਕਿਸ ਕੰਮ ਆਉਣਗੇ। ਅੰਦਰ ਜੜ ਤੇ ਚਾਹੀਦੀ ਹੈ ਨਾ, ਬੀਜ ਤੇ ਚਾਹੀਦਾ ਹੈ ਨਾ। ਸੋ ਮਹਾਰਾਜ ਪਾਤਸ਼ਾਹ ਕਹਿੰਦੇ ਇਉਂ ਕਈ ਭੇਖ ਹੀ ਧਾਰਦੇ ਨੇ, ਅੰਦਰ ਉਹਨਾਂ ਤੇ ਅਧਿਆਤਮਿਕਤਾ ਨਹੀਂ ਹੁੰਦੀ। ਅੱਗੇ ਮਹਾਰਾਜ ਹੁਕਮ ਕਰਦੇ ਨੇ, ਸ਼ਬਦ ਰਤੇ ਪੂਰੇ ਬੈਰਾਗੀ। ਅਸਲ ਦੇ ਵਿੱਚ ਬੈਰਾਗੀ ਕੌਣ ਹੈ? ਜਿਹਦੇ ਅੰਦਰ ਪਰਮਾਤਮਾ ਦੇ ਲਈ ਵੈਰਾਗ ਹੈ, ਜੋ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਰੰਗਿਆ ਹੋਇਆ ਹੈ, ਉਹ ਬੈਰਾਗੀ ਹੈ ਅਸਲ। ਵੈਰਾਗ ਨੂੰ ਧਾਰਨੇ ਵਾਲਾ ਜਿਸਨੇ ਦੁਨੀਆ ਦੇ ਪਦਾਰਥਾਂ ਦਾ ਮੋਹ ਛੱਡ ਦਿੱਤਾ ਹੈ, ਉਹਨੂੰ ਅਸਲ ਬਾਣੀ ਨੇ ਵੈਰਾਗੀ ਕਿਹਾ ਹੈ। ਵੈਸੇ ਇੱਕ ਵੈਰਾਗੀ ਪੰਥ ਹੈ, ਵੈਸ਼ਨਵ ਸਾਧੂਆਂ ਦਾ ਇੱਕ ਪੰਥ ਹੈ, ਜੋ ਇੱਕ ਮਹਾਂਪੁਰਸ਼ ਜਿਨ੍ਹਾਂ ਦਾ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਹੈ ਨਾ, ਰਾਮਾਨੰਦ ਜੀ ਮਹਾਰਾਜ, ਉਹਨਾਂ ਨੇ ਬੜਾ ਪ੍ਰਫੁੱਲਤ ਕੀਤਾ ਹੈ। ਜਦੋਂ ਤੁਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਪਾਕ ਬਾਣੀ, ਦਸਮ ਬਾਣੀ ਪੜ੍ਹਦੇ ਹੋ ਨਾ, ਉੱਥੇ ਵੈਰਾਗੀਆਂ ਦੇ ਪੰਥ ਬਾਰੇ ਇਹ ਜ਼ਿਕਰ ਆਉਂਦਾ ਹੈ। ਜਿੱਥੇ ਬਚਿੱਤਰ ਨਾਟਕ ਵਿੱਚ ਆਟੋਬਾਇਓਗ੍ਰਾਫੀ ਹੈ ਨਾ ਕਲਗੀਧਰ ਮਹਾਰਾਜ ਦੀ, ਅਕਾਲ ਪੁਰਖ ਬਾਚ ਇਸ ਕੀਟ ਪ੍ਰਤ ਚੌਪਈ, ਜਬ ਪਹਿਲੇ ਹਮ ਸ੍ਰਿਸ਼ਟ ਬਨਾਈ, ਦਇਤ ਰਚੇ ਦੁਸ਼ਟ ਦੁਖਦਾਈ। ਜਦੋਂ ਅਕਾਲ ਪੁਰਖ ਨੇ ਦੁਸ਼ਟ ਦਮਨ ਨੂੰ ਦੁਨੀਆ 'ਤੇ ਭੇਜਣਾ ਹੈ, ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੀ ਗੰਮੀ ਜੋਤ ਦੇ 10ਵੇਂ ਵਾਰਸ ਬਣਾ ਕੇ ਅਕਾਲ ਪੁਰਖ ਦੇ ਹਜ਼ੂਰ ਵਿੱਚ ਖਲੋਤੇ ਨੇ ਦੁਸ਼ਟ ਦਮਨ ਦੇ ਰੂਪ ਵਿੱਚ। ਤੇ ਅਕਾਲ ਪੁਰਖ ਕਹਿ ਰਹੇ ਸੀ ਵੀ ਮੈਂ ਸ੍ਰਿਸ਼ਟੀ ਬਣਾਈ, ਮੈਂ ਦੇਵ ਦੈਂਤ ਬਣਾਏ, ਮੈਂ ਰਹਿਬਰ ਬਣਾਏ, ਮਹਾਂਪੁਰਸ਼ ਬਣਾਏ, ਸਾਰਿਆਂ ਆਪੋ ਆਪਣਾ ਪੰਥ ਚਲਾ ਲਿਆ ਤੇ ਮੇਰਾ ਨਾਮ ਕੋਈ ਜਪਦਾ ਨਹੀਂ ਹੈ। ਉੱਥੇ ਫਿਰ ਉਹ ਅੱਗੇ ਜਾਂਦੇ ਜਾਂਦੇ ਵੈਰਾਗੀ ਪੰਥ ਦੀ ਗੱਲ ਕਰਦੇ ਨੇ। ਪੁਨ ਹਰ ਰਾਮਾਨੰਦ ਕੋ ਕਰਾ, ਭੇਸ ਬੈਰਾਗੀ ਕੋ ਜਿਨ ਧਰਾ। ਪੁਨ ਹਰ ਰਾਮਾ ਨੰਦ ਕੋ ਕਰਾ, ਭੇਸ ਬੈਰਾਗੀ ਕੋ ਜਿਨ ਧਰਾ। ਕਹਿੰਦੇ ਰਾਮਾਨੰਦ ਜੀ ਇੱਕ ਭਗਤ ਪੈਦਾ ਕੀਤੇ, ਉਹਨਾਂ ਵੈਰਾਗ ਦਾ ਭੇਖ ਧਾਰਨਾ ਕੀਤਾ। ਕੰਠੀ ਕੰਠ ਕਾਠ ਕੀ ਡਾਰੀ, ਪ੍ਰਭ ਕੀ ਕਿਰਿਆ ਨਾ ਕਛੂ ਵਿਚਾਰੀ। ਕਹਿੰਦੇ ਉਹਨਾਂ ਕੰਠੀ ਪਾ ਲਈ। ਜਿਹੜੇ ਵੈਰਾਗੀ ਨੇ ਨਾ, ਲੱਕੜ ਦੀ ਮਣਕਿਆਂ ਦੀ ਮਾਲਾ ਪਾਉਂਦੇ ਨੇ। ਹੁਣ ਹੋਇਆ ਕੀ, ਮਹਾਰਾਜ ਕਹਿੰਦੇ ਨੇ ਉਹਨਾਂ ਨੇ ਵੈਰਾਗ ਭੇਖ ਨੂੰ ਪ੍ਰਫੁੱਲਤ ਕੀਤਾ ਔਰ ਕੰਠੀ ਪਾ ਲਈ ਜਿਵੇਂ ਵੈਰਾਗੀ ਪਾਉਂਦੇ ਨੇ। ਇੱਦਾਂ ਹੀ ਉਹਨਾਂ ਦੇ ਚੇਲਿਆਂ ਨੇ ਕੀਤਾ। ਹੁਣ ਕੰਠੀ ਤੇ ਪਾ ਲਈ, ਪਰ ਉਹਨਾਂ ਦਾ ਜਿਹੜਾ ਚਲਾਇਆ ਭੇਖ ਸੀ ਨਾ, ਪ੍ਰਭ ਕੀ ਕਿਰਿਆ ਨਾ ਕਛੂ ਵਿਚਾਰੀ, ਉਹਨਾਂ ਦੇ ਭੇਖ ਨੇ ਅਕਾਲ ਪੁਰਖ ਦੇ ਗੀਤ ਗਾਏ ਨਾ। ਕੰਠੀ ਤੇ ਪਾ ਲਈ ਤੇ ਉਹ ਰਾਮਾਨੰਦ ਜੀ ਦੇ ਗੀਤ ਗਾਈ ਗਏ, ਰੱਬ ਨੂੰ ਵਿਸਾਰ ਦਿੱਤਾ। ਕਹਿੰਦੇ ਇੱਦਾਂ ਕਈ ਪੰਥ ਚੱਲੇ ਨੇ। ਜੇ ਪ੍ਰਭ ਪਰਮ ਪੁਰਖ ਉਪਜਾਏ, ਤਿੰਨ ਤਿੰਨ ਆਪਣੇ ਰਾਹ ਚਲਾਏ। ਇੱਦਾਂ ਜਿਹੜੇ ਵੀ ਮਹਾਂਪੁਰਸ਼ ਹੋਏ ਉਹਨਾਂ ਆਪੋ ਆਪਣੇ ਪੰਥ ਚਲਾਏ ਨੇ। ਪਰ ਮਹਾਰਾਜ ਕਹਿੰਦੇ ਚੇਲੇ ਬਾਲ ਕੇ ਆਪਣੇ ਮੁਰਸ਼ਿਦਾਂ ਨੂੰ ਹੀ ਮੰਨਣ ਲੱਗ ਪਏ। ਰੱਬ ਦੀ ਕਲਾ ਦਾ ਵਿਚਾਰ ਕਿਸੇ ਦੇ ਅੰਦਰ ਟਿਕਿਆ ਹੀ ਨਾ। ਕੰਠੀ ਕੀ ਹੈ? ਮਾਲਾ। ਜਿੱਥੇ ਵਿਖਾਵੇ ਦੀ ਗੱਲ ਹੈ ਉੱਥੇ ਖੰਡਨ ਹੈ। ਪੰਡਤ ਇੱਕ ਦਿਨ ਕਹਿੰਦੇ ਕਬੀਰ ਜੀ ਮਾਲਾ ਨਹੀਂ ਦਿਖਦੀ ਤੁਹਾਡੀ। ਹੁਣ ਕਬੀਰ ਸਾਹਮਣੇ ਤੇ ਫੇਰਦੇ ਨਹੀਂ, ਜੇਬ 'ਚ ਰੱਖਦੇ ਹੋਣਗੇ। ਕਬੀਰ ਜੀ ਕਹਿੰਦੇ ਕਬੀਰ ਮੇਰੀ ਸਿਮਰਨੀ ਰਸਨਾ ਉਪਰ, ਰਾਮ ਆਦ ਜੁਗਾਦੀ ਸਗਲ ਭਗਤ, ਤਾਂ ਕੋ ਸੁਖ ਬਿਸਰਾਮ। ਕਹਿੰਦੇ ਮੇਰੀ ਸਿਮਰਨੀ ਰਸਨਾ ਹੀ ਹੈ, ਮੈਂ ਜ਼ੁਬਾਨ ਨਾਲ ਜਪੀ ਜਾਨਾ ਹਾਂ। ਅੱਛਾ, ਦੂਜੇ ਬੰਨੇ ਇੱਕ ਬਾਣੀ ਆਉਂਦੀ ਹੈ, ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ। ਜਿਹੜਾ ਇਹ ਸ਼ਬਦ ਆਉਂਦਾ ਹੈ ਨਾ, ਬੁੱਤ ਪੂਜ ਪੂਜ ਹਿੰਦੂ ਮੂਏ, ਇਹ ਜਦੋਂ ਸ਼ਬਦ ਪੜ੍ਹਦੇ ਹੋ ਉਹਦੇ ਵਿੱਚ
ਅੱਗੇ ਜਾ ਕੇ ਭੂਖੈ ਭਗਤ ਨਾ ਕੀਜੈ ਯਹ ਮਾਲਾ ਆਪਣੀ ਲੀਜੈ। ਜੇ ਮਾਲਾ ਫੇਰਦੇ ਨੇ, ਉਹਨਾਂ ਦੇ ਕੋਲ ਮਾਲਾ ਹੈ, ਤੇ ਕਹਿ ਰਹੇ ਨੇ ਭਗਤ ਬਾਣੀ ਵਿੱਚ ਯਹ ਮਾਲਾ ਆਪਣੀ ਲੀਜੈ। ਵੇ ਭੁੱਖਿਆ ਨਹੀਂ ਭਗਤੀ ਹੁੰਦੀ, ਇਹ ਪੰਜਾਂ ਤੱਤਾਂ ਦੇ ਬਣੇ ਸਰੀਰ ਕੋਲੋਂ ਇਹਦੇ ਵਿੱਚ ਕੁਝ ਜਾਵੇਗਾ ਤੇ ਚੌਂਕੜਾ ਲੱਗੇਗਾ। ਇੱਥੇ ਹੀ ਬਸ ਨਹੀਂ, ਹੋ ਮੰਗੋ ਸੰਤਨ ਰੇਨਾ ਮੈਂ ਨਾਹੀ ਕਿਸੀ ਕਾ ਦੇਨਾ। ਮੈਂ ਧੂੜ ਮੰਗਦਾ ਉਹਨਾਂ ਸੰਤਾਂ ਦੀ ਜਿਹੜੇ ਰੱਬ ਦੇ ਗੀਤ ਗਾਉਂਦੇ ਨੇ। ਤੇ ਕਬੀਰ ਜੀ ਦੀ ਮਾਈ ਨੇ ਵੀ ਇੱਕ ਉਲਾਮਾ ਦਿੱਤਾ ਹੈ, ਹਮਾਰੇ ਕੁੱਲ ਕੌਨੇ ਰਾਮ ਕਹਿਓ। ਸਾਡੀ ਕੁੱਲ 'ਚ ਅੱਗੇ ਕਿਸੇ ਨੇ ਵੀ ਕਬੀਰ ਦੀ ਮਾਈ ਕਹਿੰਦੀ ਰਾਮ ਦਾ ਨਾਮ ਨਹੀਂ ਲਿਆ। ਜਬ ਤੇ ਮਾਲਾ ਲਈ ਨਪੂਤੇ ਤਬ ਤੇ ਸੁਖ ਨਾ ਭਇਓ। ਜਦੋਂ ਦੀ ਮੇਰੇ ਲਖਤੇ ਜਿਗਰ ਕਬੀਰ ਜੀ ਨੇ ਮਾਲਾ ਲਈ ਹੈ, ਇਹ ਕੰਮ ਕਰ ਛੱਡ ਗਿਆ, ਸਾਡੇ ਭਾਦਾ ਤੇ ਸੁੱਖ ਜਾਂਦਾ ਰਿਹਾ। ਇਹਦਾ ਮਤਲਬ ਮਾਲਾ ਰੱਖਦੇ ਨੇ, ਮਾਲਾ ਫੇਰਦੇ ਨੇ, ਪਰ ਵਿਖਾਵੇ ਲਈ ਨਹੀਂ। ਸਾਡਾ ਕੀ ਸੁਭਾਅ ਹੈ, ਗਲਾਂ 'ਚ ਤੇ ਪਾ ਲਈਦੀ ਹੈ, ਚਾਰ ਬੰਦੇ ਵੇਖਣ ਤੇ ਫੇਰਨ ਲੱਗ ਪਈਦਾ ਹੈ। ਚਾਰ ਦੀਵਾਰੀ ਵਿੱਚ ਹੋਈਏ, ਕੋਈ ਵੇਖੇ ਨਾ ਤੇ ਸੁੱਤੇ ਨਹੀਂ ਉੱਠੀਦਾ। ਇਹੋ ਜਿਹੀ ਮਾਲਾ ਨੂੰ ਪਖੰਡ ਕਿਹਾ ਹੈ ਬਾਣੀ ਨੇ। ਮਹਾਰਾਜ ਨੇ ਐਸੀ ਮਾਲਾ ਨੂੰ ਪਖੰਡ ਕਿਹਾ ਜੋ ਵਿਖਾਵੇ ਮਾਤਰ ਹੈ, ਫੇਰਦੇ ਨਹੀਂ। ਮਹਾਰਾਜ ਕਹਿੰਦੇ ਨੇ ਨਾ, ਧੋਤੀ ਉਜਲ ਤਿਲਕ ਗਲ ਮਾਲਾ ਅੰਤਰ ਕ੍ਰੋਧ ਪੜ੍ਹੈ ਨਟਸ਼ਾਲਾ। ਅੰਦਰ ਕ੍ਰੋਧ ਹੈ, ਗਲ ਵਿੱਚ ਮਾਲਾ ਹੈ, ਵਿਖਾਵੇ ਦੀ ਫੇਰੀ ਕਦੇ ਹੈ ਨਹੀਂ ਹੈ। ਨਾਮ ਵਿਸਾਰ ਮਾਇਆ ਮਦ ਪੀਆ ਬਿਨ ਗੁਰ ਭਗਤ ਨਾਹੀ ਸੁਖ ਦੀਆ। ਮਾਲਾ ਤੇ ਪਾਈ ਸੀ ਪਰ ਫੇਰੀ ਹੈ ਹੀ ਨਾ, ਨਾਮ ਜਪਿਆ ਹੀ ਨਾ। ਮਹਾਰਾਜ ਕਹਿੰਦੇ ਭਗਤੀ ਤੋਂ ਬਿਨਾਂ ਮਾਲਾ ਸਫਲੀ ਨਹੀਂ ਹੈ। ਇੱਦਾਂ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਰਾਮਾਨੰਦ ਜੀ ਦੇ ਜਿਹੜੇ ਵੈਰਾਗੀ ਸਨ ਨਾ, ਵੈਰਾਗੀ ਪੰਥ ਦੇ ਫੋਲੋਵਰ ਸਨ, ਉਹਨਾਂ ਨੇ ਮਾਲਾ ਤੇ ਪਾ ਲਈ, ਪ੍ਰਭੂ ਦੀ ਕਲਾ ਦੀ ਵਿਚਾਰ ਨਾ ਕੀਤੀ, ਮਾਲਾ ਨੂੰ ਫੇਰਿਆ ਨਾ, ਜਪਿਆ ਨਾ। ਉਹਨਾਂ ਸਮਝ ਲਿਆ ਵੀ ਮਾਲਾ ਪਾਉਣ ਨਾਲ ਹੀ ਵੈਰਾਗੀ ਬਣ ਗਏ। ਹੁਣ ਕਈ ਮੇਰੇ ਵੀਰ ਇੱਥੇ ਕਿੰਤੂ ਕਰ ਦਿੰਦੇ ਜੀ, ਰਾਮਾਨੰਦ ਜੀ ਦਾ ਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਤੇ ਉਹਦੇ 'ਚ ਉਹਨਾਂ ਨੂੰ ਭਗਤ ਕਿਹਾ ਹੈ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਖੰਡਨ ਕੀਤਾ ਹੈ। ਵਿਚਾਰਧਾਰਾ ਦਸਮ ਬਾਣੀ ਨਾਲ ਆਦਿ ਮਹਾਰਾਜ ਦੀ ਰਲਦੀ ਨਹੀਂ। ਉਹ ਇੱਥੇ ਭੁਲੇਖਾ ਖਾ ਗਏ, ਕਿਉਂਕਿ ਉਹਨਾਂ ਨੂੰ ਸ਼ਬਦ ਬੋਧ ਨਹੀਂ ਹੈ, ਗਿਆਨ ਨਹੀਂ ਹੈ ਦਸਮ ਦੀ ਬਾਣੀ ਦੇ ਅਲਫਾਜ਼ ਕਿਹੜੀ ਭਾਸ਼ਾ ਦੇ ਨੇ। ਕਲਾ ਅਜ਼ਮਤ ਅਕਾਲ ਪੁਰਖ ਦੀ ਨੂੰ ਕਲਗੀਧਰ ਕਹਿੰਦੇ, ਉਹ ਜਿਹੜੇ ਵੈਰਾਗੀ ਸਨ ਭੁੱਲ ਗਏ, ਮਾਲਾ ਨੂੰ ਹੀ ਕਲਾ ਸਮਝ ਲਿਆ, ਮਾਲਾ ਨੂੰ ਹੀ ਮੁਕਤੀ ਸਮਝ ਲਿਆ। ਭਗਤ ਰਾਮਾਨੰਦ ਦੇ ਚੇਲਿਆਂ ਨੇ ਮਾਲਾ ਤੇ ਪਾ ਲਈ, ਰਾਮਾਨੰਦ ਜੀ ਦੇ ਗੀਤ ਗਾ ਲਏ, ਪਰ ਖੁਦਾਇਆ ਦੇ ਗੀਤ ਗਾਉਣੇ ਭੁੱਲ ਗਏ ਉਹ। ਹੁਣ ਇਸ ਭਗਤ ਜੀ ਬਾਰੇ ਬਾਬਾ ਸੈਣ ਜੀ ਨੇ ਬੜਾ ਸੁੰਦਰ ਕਿਹਾ, ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜਾਉ ਕਮਲਾ ਪਾਤੀ। ਅੱਗੇ ਕਹਿੰਦੇ ਨੇ ਰਾਮਾ ਭਗਤ ਰਾਮਾਨੰਦ ਜਾਣੈ। ਰਾਮ ਦਾ ਅਕਾਲ ਪੁਰਖ ਦਾ ਭਗਤ ਰਾਮਾਨੰਦ ਜੀ ਜਾਣੇ ਗਏ। ਪੂਰਨ ਪਰਮਾਨੰਦ ਬਖਾਨਾ, ਜੋ ਪਰਮ ਆਨੰਦ ਵਿੱਚ ਰਹਿਣ ਵਾਲੇ ਸਨ, ਪਰਮ ਆਨੰਦ ਵਿੱਚ ਅਕਾਲ ਪੁਰਖ ਦੇ ਗੀਤ ਗਾਉਂਦੇ ਸਨ। ਹੁਣ ਉਸੇ ਰਾਮਾਨੰਦ ਜੀ ਕੋਲੋਂ ਉਪਦੇਸ਼ ਲਿਆ ਸੀ ਕਬੀਰ ਜੀ ਨੇ। ਦੇਖੋ ਬ੍ਰਾਹਮਣ ਸਨ, ਸ਼ੂਦਰ ਨੂੰ ਉਪਦੇਸ਼ ਨਹੀਂ ਸਨ ਦਿੰਦੇ, ਤੇ ਕਬੀਰ ਜੀ ਨੂੰ ਪਤਾ ਸੀ ਵੀ ਮੇਰੀ ਵਰਣ ਵੰਡ ਜਿਹੜੀ ਹੈ ਉਹ ਬ੍ਰਾਹਮਣ ਅਨੁਸਾਰ ਸ਼ੂਦਰਾਂ ਵਿੱਚ ਹੈ, ਮੈਨੂੰ ਉਪਦੇਸ਼ ਨਹੀਂ ਦੇਣਾ ਰਾਮਾਨੰਦ ਜੀ ਨੇ। ਉਹ ਲੰਮੇ ਪੈ ਗਏ। ਭਾਈ ਗੁਰਦਾਸ ਕਹਿੰਦੇ ਰਾਮਾਨੰਦ ਜੀ ਸੁਬਹ ਇਸ਼ਨਾਨ ਕਰਨ ਜਾਂਦੇ ਸਨ। ਇਹ ਪਹਿਲਾਂ ਦੀਆਂ ਗੱਲਾਂ ਨੇ, ਜਦੋਂ ਬ੍ਰਹਮ ਵਿੱਚ ਅਭੇਦ ਨਹੀਂ ਹੋਏ ਰਾਮਾਨੰਦ ਜੀ, ਜਦੋਂ ਹਜੇ ਆਪਣੇ ਆਪ ਨੂੰ ਬ੍ਰਾਹਮਣ ਸਮਝਦੇ ਸਨ, ਜਾਤ ਦਾ ਅਹੰਕਾਰ ਸੀ। ਕਬੀਰ ਜੀ ਨੇ ਵੇਖਿਆ ਵੀ ਇਹ ਤੜਕੇ ਉੱਠ ਕੇ ਗੰਗਾ ਇਸ਼ਨਾਨ ਨੂੰ ਜਾਂਦੇ ਨੇ, ਮੈਂ ਰਸਤੇ 'ਚ ਲੰਮੇ ਪੈ ਜਾਣਾ। ਲੰਮੇ ਪੈ ਗਏ। ਰਾਮਾਨੰਦ ਜੀ ਹਨੇਰੇ ਵਿੱਚ ਲੰਘਣ ਲੱਗੇ, ਠੋਕਰ ਲੱਗੀ ਤੇ ਸਹਿ ਸੁਭਾਅ ਕਹਿੰਦੇ, ਉੱਠ ਰਾਮ ਕੇ ਰਾਮ ਕਹੋ। ਤੇ ਕਬੀਰ ਜੀ ਨੇ ਉਸ ਦਿਨ ਤੋਂ ਹੀ ਗੁਰੂ ਧਾਰ ਲਿਆ ਵੀ ਮੈਨੂੰ ਉਪਦੇਸ਼ ਮਿਲ ਗਿਆ ਹੈ। ਹੋਏ ਬਿਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ। ਭਾਈ ਗੁਰਦਾਸ ਨੇ ਸਾਰਾ ਲਿਖਿਆ ਹੈ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈ। ਗੰਗਾ ਤੇ ਇਸ਼ਨਾਨ ਕਰਨ ਜਾਂਦੇ ਸਨ। ਅੱਗੋਂ ਹੀ ਦੇ ਜਾਏ ਕਹਿ ਲੰਮਾ ਪਿਆ ਕਬੀਰ ਤਿਥਾਈ। ਜਾ ਰਹੇ ਸਨ, ਕਬੀਰ ਜੀ ਲੰਮਾ ਪਏ ਸਨ, ਪੈਰੀ ਟੁੰਬ ਉਠਾਲਿਆ, ਬੋਲੋ ਰਾਮ ਸਿੱਖ ਸਮਝਾਈ। ਇਹ ਸਿੱਖਿਆ ਦੇ ਦਿੱਤੀ।
ਹੁਣ ਕਬੀਰ ਜੀ ਵੀ ਰਾਮ ਨਾਲ ਜੁੜ ਗਏ। ਹੁਣ ਪਰ ਗੱਲ ਇਹ ਹੈ ਵੀ ਹੁਣ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਉਪਦੇਸ਼ ਦਿੰਦੇ, ਆਪਾਂ ਕਿਤੇ ਸਾਰੇ ਮੰਨ ਕੇ ਗੁਰਮੁਖ ਬਣ ਜਾਂਦੇ ਨਹੀਂ। ਰਾਮਾਨੰਦ ਜੀ ਨੇ ਜਦੋਂ ਬ੍ਰਹਮ ਦੀ ਪ੍ਰਾਪਤੀ ਕਰ ਲਈ, ਬ੍ਰਹਮ ਦਾ ਉਪਦੇਸ਼ ਦਿੱਤਾ, ਪਰ ਜ਼ਿਆਦਾਤਰ ਚੇਲੇ ਉਹਨਾਂ ਦੇ ਕੰਠੀ ਗਲ ਵਿੱਚ ਪਾ ਕੇ, ਮਾਲਾ ਪਾ ਕੇ ਇਸੇ ਨੂੰ ਹੀ ਸਮਝਣ ਲੱਗ ਪਏ ਵੀ ਮੁਕਤੀ ਹੈ। ਕਬੀਰ ਜੀ ਵਰਗਾ ਕੋਈ ਵਿਰਲਾ ਹੀ ਸੀ ਇਹਨਾਂ ਦਾ ਸੇਵਕ ਜਿਹੜਾ ਬ੍ਰਹਮ ਦੇ ਵਿੱਚ ਅਭੇਦ ਹੋਇਆ। ਹੁਣ ਹੋਇਆ ਕੀ? ਆਪਾਂ ਭਗਤ ਰਾਮਾਨੰਦ ਜੀ ਨੂੰ ਹੀ ਪੁੱਛੀਏ ਵੀ ਕਲਗੀਧਰ ਮਹਾਰਾਜ ਤੁਹਾਡੇ ਬਾਰੇ ਬਾਣੀ 'ਚ ਇਹ ਕਹਿੰਦੇ ਨੇ ਵੀ ਤੁਹਾਡੇ ਚੇਲੇ ਬਾਲਕਿਆਂ ਜਿਹੜੇ ਤੁਹਾਡੇ ਪੰਥ 'ਚ ਆਏ ਨੇ ਉਹਨਾਂ ਨੇ ਕੀ ਕੀਤਾ ਹੈ, ਕੰਠੀ ਤੇ ਪਾ ਲਈ, ਰੱਬ ਦੇ ਗੀਤ ਗਾਏ ਹੀ ਨਾ। ਇਹ ਆਪਣੇ 'ਚ ਵੀ ਤੇ ਹੈ ਨਾ, ਸਿੱਖਾਂ 'ਚ ਬਾਣਾ ਤੇ ਪਾ ਲਿਆ, ਰੱਬ ਦੇ ਗੀਤ ਕਈ ਵਾਰ ਅਸੀਂ ਗਾਉਂਦੇ ਹੀ ਨਹੀਂ। ਰਾਮਾਨੰਦ ਜੀ ਨੂੰ ਪੁੱਛੀਏ ਵੀ ਤੁਸੀਂ ਮੂਰਤੀ ਪੂਜਕ ਸੀ? ਰਾਮਾਨੰਦ ਜੀ ਮੰਨਦੇ ਨੇ, ਕਹਿੰਦੇ ਮੈਂ ਚੱਲਿਆ ਮੂਰਤੀ ਤੋਂ ਹੀ ਆ। ਗੁਰੂ ਗ੍ਰੰਥ ਸਾਹਿਬ ਦੇ ਹੀ ਬੋਲ ਨੇ। ਰਾਮਾਨੰਦ ਜੀ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ, ਕਤ ਜਾਈਏ ਰੇ ਘਰ ਲਾਗੋ ਰੰਗ, ਇਹ ਸ਼ਬਦ ਹੈ ਉਹਨਾਂ ਦਾ। ਕਹਿੰਦੇ ਮੇਰੇ ਅੰਦਰ ਉਮੰਗ ਸੀ, ਏਕ ਦਿਵਸ ਮਨ ਭਈ ਉਮੰਗ, ਕਸ ਚੰਦਨ ਚੋਆ ਬਹੁ ਸੁਗੰਧ। ਮੇਰੇ ਅੰਦਰ ਇੱਕ ਦਿਨ ਉਮੰਗ ਪੈਦਾ ਹੋਈ, ਚਾਹ ਪੈਦਾ ਹੋਈ, ਮੈਂ ਚੱਲਿਆ ਪੂਜਾ ਕਰਨ। ਤੇ ਚੱਲਿਆ ਕਿੱਦਾਂ? ਜਿੱਦਾਂ ਇੱਕ ਪਤੀ ਵਰਤਾ ਔਰਤ ਆਪਣੇ ਖਸਮ ਨੂੰ ਖੁਸ਼ ਕਰਨ ਜਾਂਦੀ ਹੈ ਨਾ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਹੁਣ ਮੈਂ ਜਗਿਆਸਾ ਲੈ ਕੇ ਨਾ ਮੰਦਰ ਦੇ ਵਿੱਚ ਜਗਿਆਸੂ ਰੂਪ ਇਸਤਰੀ ਬਣ ਕੇ ਆਪਣੇ ਖਸਮ ਰੂਪੀ ਦੇਵ ਨੂੰ ਖੁਸ਼ ਕਰਨ ਚੱਲੀ। ਇੱਕ ਦੇਵ ਅਸਥਾਨ ਤੇ ਜਾ ਕੇ ਮੈਂ ਪੂਜਾ ਕਰਨੀ ਸੀ। ਮੈਂ ਇਸ ਤਰ੍ਹਾਂ ਨਾਲ ਭਗਤੀ ਦੇ ਮਾਰਗ ਵੱਲ ਨੂੰ ਚਾਲੇ ਪਾਏ, ਮੂਰਤੀ ਤੋਂ ਚੱਲਣਾ ਕੀਤਾ ਹੈ। ਮੈਨੂੰ ਗੁਰੂ ਮਿਲ ਪਿਆ, ਮੈਂ ਗੁਰੂ ਧਾਰ ਲਿਆ, ਮੈਨੂੰ ਮੁਰਸ਼ਦ ਮਿਲ ਪਿਆ। ਉਸਨੇ ਇਹ ਗੱਲ ਸਮਝਾਈ ਵੀ ਜਿਹੜਾ ਜੜ ਪੱਥਰ ਵਿੱਚ ਲੱਭਣ ਚੱਲੇ ਹੋ ਤੇ ਤੁਹਾਡੇ ਅੰਦਰ ਅਕਾਲ ਪੁਰਖ ਵਸਿਆ ਹੋਇਆ ਹੈ, ਬਾਹਰ ਨੂੰ ਛੱਡੋ, ਅੰਦਰ ਖੋਜ ਕਰੋ। ਚੱਲਿਆ ਕਹਿੰਦੇ ਮੈਂ ਮੂਰਤ ਤੋਂ। ਭਗਤ ਨਾਮਦੇਵ ਜੀ ਕਿੱਥੋਂ ਚੱਲੇ ਨੇ? ਮੂਰਤ ਤੋਂ ਹੀ ਚੱਲੇ ਨੇ ਨਾ। ਮੰਦਰ ਵਿੱਚ ਗਏ ਨੇ ਕਿ ਨਹੀਂ? ਗੁਰੂ ਗ੍ਰੰਥ ਸਾਹਿਬ ਵਿੱਚ ਸਾਫ਼ ਲਿਖਿਆ ਹੈ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦੇਹੁਰਾ ਫਿਰੈ। ਜੇ ਮੰਦਰ 'ਚ ਗਏ ਨੇ ਤੇ ਫੇਰ ਹੀ ਪੰਡਤਾਂ ਨੇ ਧੱਕੇ ਮਾਰ ਕੇ ਬਾਹਰ ਕੱਢਿਆ ਹੈ। ਤੇ ਜਦੋਂ ਧੱਕੇ ਮਾਰ ਕੇ ਬਾਹਰ ਕੱਢਿਆ ਤੇ ਪਰਮਾਤਮਾ ਨੇ ਮੰਦਰ ਹੀ ਭਗਤ ਨਾਮਦੇਵ ਵੱਲ ਘੁਮਾ ਦਿੱਤਾ ਵੀ ਇੱਥੇ ਚੰਮ ਕਰਕੇ ਕੋਈ ਬ੍ਰਾਹਮਣ ਨਹੀਂ ਹੈ, ਚੰਮ ਕਰਕੇ ਕੋਈ ਮੈਲਾ ਨਹੀਂ ਹੈ, ਸ਼ੂਦਰ ਨਹੀਂ ਹੈ, ਮਨ ਕਰਕੇ ਹੀ ਰੱਬ ਨਾਲ ਮਿਲਿਆ ਹੋਇਆ ਬ੍ਰਾਹਮਣ ਹੈ, ਤੇ ਮਨ ਕਰਕੇ ਹੀ ਜਿਹੜਾ ਮੈਲਾ ਹੈ ਉਹ ਸ਼ੂਦਰ ਹੈ। ਇੱਥੇ ਚੰਮ ਕਰਕੇ ਵਰਣ ਵੰਡ ਨਹੀਂ ਹੈ। ਧਰਮ ਦੀ ਦੁਨੀਆ ਦਾ ਸਿਧਾਂਤ ਐਸਾ ਹੈ। ਤੇ ਰਾਮਾਨੰਦ ਜੀ ਕਹਿੰਦੇ ਮੈਂ ਬਲਹਾਰੇ ਜਾਵਾਂ ਉਸ ਮੁਰਸ਼ਦ ਦੇ ਗੁਰੂ ਦੇ, ਜਿਸ ਨੇ ਮੈਨੂੰ ਮੂਰਤੀ ਵੱਲੋਂ ਹਟਾ ਕੇ ਰੱਬ ਨਾਲ ਜੋੜ ਦਿੱਤਾ। ਸਤਿਗੁਰ ਮੈਂ ਬਲਿਹਾਰੀ ਤੋਰ, ਜਿਨ ਸਕਲ ਵਿਕਲ ਭ੍ਰਮ ਕਾਟੇ ਮੋਰ। ਮੇਰੇ ਭ੍ਰਮ ਕੱਟ ਦਿੱਤੇ ਰਾਮਾਨੰਦ ਸੁਆਮੀ ਰਮਤ ਬ੍ਰਹਮ, ਜਿਹੜਾ ਮੂਰਤ ਤੋਂ ਚੱਲਿਆ ਸੀ ਠਾਕਰ ਦੁਆਰੇ ਤੋਂ, ਜਿਸ ਬਾਬਤ ਕਲਗੀਧਰ ਮਹਾਰਾਜ ਨੇ ਲਿਖਿਆ ਹੈ ਵੀ ਉਹਨਾਂ ਨੇ ਇੱਕ ਵੈਰਾਗੀ ਪੰਥ ਚਲਾਇਆ, ਕੰਠੀਆਂ ਪਵਾ ਦਿੱਤੀਆਂ। ਹੁਣ ਮਾਲਾ ਪਾ ਲੈਣੀ ਹੋਰ ਗੱਲ ਹੈ, ਮਾਲਾ ਫੇਰ ਕੇ ਰੱਬ ਨੂੰ ਪਾ ਲੈਣਾ ਹੋਰ ਵਿਸ਼ਾ ਹੈ। ਸੋ ਮਹਾਰਾਜ ਕਹਿੰਦੇ ਰਾਮਾਨੰਦ ਜੀ, ਰਾਮਾਨੰਦ ਸੁਆਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਉਹਨਾਂ ਨੂੰ ਸਮਝ ਆ ਗਈ ਵੀ ਗੁਰੂ ਦੇ ਬਖਸ਼ੇ ਸ਼ਬਦ ਨਾਲ ਅਕਾਲ ਪੁਰਖ ਨੂੰ ਧਿਆਉਣਾ ਹੈ, ਅਕਾਲ ਪੁਰਖ ਦੇ ਗੀਤ ਗਾਉਣੇ ਨੇ। ਅਕਾਲ ਪੁਰਖ ਵਿੱਚ ਭੇਦ ਹੋਏ ਮਹਾਂਪੁਰਸ਼। ਪਰ ਅੱਜ ਵੀ ਵੈਰਾਗੀ ਪੰਥ ਜਿਹੜਾ ਉਹਨਾਂ ਦਾ ਚੱਲਦਾ, ਉਹ ਕੰਠੀ ਪਾਉਂਦੇ ਨੇ ਗਲ ਵਿੱਚ, ਲੱਕੜ ਦੀ ਮਾਲਾ ਪਾਉਂਦੇ ਨੇ। ਤੇ ਜੇ ਨਾ ਜਪਣ, ਜ਼ਿਆਦਾਤਰ ਜੋ ਨਹੀਂ ਕਰਦੇ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕੀ ਕਰ ਰਹੇ ਹੋ? ਕੰਠੀ ਪਾ ਕੇ ਕਿਤੇ ਨਿਜਾਤ ਮਿਲੇਗੀ? ਰੱਬ ਦੀ ਕਲਾ ਨੂੰ ਕਿਉਂ ਭੁੱਲ ਰਹੇ ਹੋ ਤੁਸੀਂ? ਸੋ ਕਿਧਰੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਸ਼ੈਲੀ ਤੋਂ ਦਸਮ ਬਾਣੀ ਬਾਹਰ ਨਹੀਂ ਜਾਂਦੀ। ਕਈ ਵਾਰ ਵਿਦਵਾਨ ਪੁਰਸ਼ਾਂ ਨੂੰ ਅਲਫਾਜ਼ਾਂ ਦੀ ਸਮਝ ਨਹੀਂ ਪੈਂਦੀ। ਸੋ 10 ਗੁਰੂਆਂ ਦੀ ਬਾਣੀ ਨੂੰ ਹਿਰਦੇ ਵਿੱਚ ਟਿਕਾਉਣ ਵਾਲਾ, 10 ਗੁਰੂਆਂ ਦੀ ਬਾਣੀ ਤੇ ਅਕੀਦਾ ਰੱਖਣ ਵਾਲਾ, ਅਕਾਲ ਤਖਤ ਸਾਹਿਬ ਦੀ ਮਰਿਆਦਾ ਪੜ੍ਹੋ, ਖਰੜਾ ਪੜ੍ਹੋ, ਉਹਦੇ ਵਿੱਚ ਸਾਫ਼ ਇਹ ਗੱਲ ਲਿਖੀ ਹੈ, ਵਨ ਹੂ ਬਿਲੀਵਸ ਇਨ ਇਮੋਰਟਲ ਬੀਇੰਗ,
वन हू बिलीव्स इन गुरु नानक गुरु गोबिंद, 10 पातशाहियां का जिक्र है। वन हू बिलीव्स इन द अटरेंसिस ऑफ 10 गुरुज, 10 गुरुआं की बाणी विच भरोसा रखने वाला सिख है। बाणी गुरु गुरु है, बाणी विच बाणी अमृत सारे, गुरबाणी कहे सेवक जन मानै, प्रतख गुरु निस्तारै। तो जे कलगीधर पातशाह गुरु ने तो उन्होंने जिहड़ी बोल बाणी है उसनूं गुरबाणी ही कहांगे। अगे कई मेरे वीर कह दिंदे ने एक ग्रंथ ते एक पंथ। मैं मानदा एक पंथ है खालसा पंथ, ते एक ग्रंथ तो भाव है एक गुरु है साडा। वो कौन है? सब सिखन को हुक्म है गुरु मान्यो। वो कौन है? वाहो वाहो बाणी निरंकार है। वो कौन है? पोथी परमेश्वर का, सतगुर जागता है देव गुरु ग्रंथ साहब। पर गुरबाणी च किधरे ये नहीं आता, रहतनामिਆਂ ਵਿੱਚ ਆਉਂਦਾ एक ग्रंथ ते एक पंथ, भाव कि एक पंथ है तो ਉਹਦਾ एक ही गुरु है। ਆਪਾਂ ਤਾਂ ਕਿਤੇ ਕਹਿੰਦੇ नहीं भी 10ਵੇਂ ग्रंथ ਜਾਂ सूरज प्रकाश ग्रंथ ਜਾਂ पंथ प्रकाश ग्रंथ ਜਾਂ भाई नंद लाल ਦੀ बाणी ਦੇ ग्रंथ ये गुरु ने। ये साडा ਸਾਹਿਤ ने। गुरु साडा प्रधान मंत्री साडा गुरु ग्रंथ साहब है। ये मंत्री मंडल है सारा। उन्होंने ग्रंथ लफ्ज़ दे जो अर्थ ने ना वो ही नहीं पता। ग्रंथ की हुंदा है? गुंफण, गुंदना। वो पुस्तक जिहदे विच मजमून गुंदे हुंदे ने वखो वख। हुण ग्रंथ कुरान लई भी आउंदा है, इतिहास के ग्रंथां लई भी आउंदा है, हदीसां लई भी आउंदा है। सो कदे शंका नहीं करना, साडे गुरु ग्रंथ साहिब पातशाह गुरु ने और उन्हां दी छत्र छाया विच अकाल तख्त साहिब दा भी हुक्म है, चाहे 10वीं बाणी है, चाहे कोई धार्मिक ग्रंथ है, चाहे इतिहासिक ग्रंथ है, नंद लाल जी की बाणी, गुरदास जी की बाणी, चाहे वो कवि संतोख सिंह जी के अल्फाज ने जां ज्ञानी ज्ञान सिंह का इतिहास है, उन्होंने असी साहित्य मनना है। सो ये मसला है ही नहीं है। एक शेख सादी होया है, हुण आउंदी ते मेरे वीरां नूं चंगी तरह अपनी मदर टंग पंजाबी भी नहीं तो परशियन कित्थों पढ़न, सियाणे बंदे की रचना पढ़ी होवे ते थोड़ी अकल आवे। वो कहंदा ओ मूर्खो ग्रंथां नूं निंदी जांदे हो, पुस्तकां नूं निंदी जांदे हो, तुसीं समझदे क्यों नहीं? मर्द बायद के गीरद अंदर गोश गर नविश्तास्त, घर नविश्तास्त पनद बर दीवार। कहंदा जेड़ा सियाणा बंदा है ना, हिंदी च उदा अर्थ किया गया, मनुष्य को चाहिए अगर किसी दीवार पे भी कोई उपदेश लिखा हो तो उसे ग्रहण कर ले। कहंदे कोई चंगी गल किसी कंध ते भी लिखी है तो उन्होंने अंदर वसाउणा चाहिदा है। ते साडे कमले लोग अपने साहित्य नूं ग्रंथां नूं ही दूर सुट्टी जांदे ने। ये सियाणिਆਂ दी गल है। की मनना है बाणी नूं? सतगुर की बाणी सत सत कर मानो इउं आत्म रामै लीना है। ਜਿਹੜਾ गुरु की बाणी नूं सत करके मने उही आत्म राम खुदा विच भेद होवेगा, शंका करन वाला नहीं। सो महाराज कहंदे असल वैरागी ये नहीं भी कंठी पा के बन गया। असल वैरागी कौन है? बन बन खोजत फिरत बैरागी, बिरलै काहू एक लिव लागी। लखां वैरागी घर छड्ड के तुरे फिरदे जंगलों च लभदे आ, पर जिस दे अंदर रब है ना, परमात्मा प्रगट कर लिया जिसने, असल वैरागी वो है ਜਿਹੜਾ नाम विच रंगिया होया है। ग्रह अंतर साच लिव लागी। ते कई जंगली जाते नहीं, घर बैठे ही परमात्मा नूं पा लैंदे ने। सो अगे महाराज हुक्म करते ने, औ हट हस्त मह भीखिया जाची, एक भाए लिव लागी। औ हट, औ हट का मतलब की है? गुरु ग्रंथ साहिब पातशाह कहंदे ने ਜਿਹੜਾ ਹਿਰਦੇ ਦੇ ਵਿੱਚ परमात्मा नूं टिका लेना है ना। देखो औ हट हुंदा विशेष करके ਹਿਰਦੇ ਵਿੱਚ टिका लेना। हट कहंदे ने ਹਿਰਦੇ ਨੂੰ, असल कहंदे वैरागी ਉਹ है। आम ਜਿਹੜੇ जंगली ਰਹਿੰਦੇ ਉਹ ਭਿੱਖਿਆ ਮੰਗਦੇ ਨੇ ना ਭਾਂਡਾ ਲੈ ਕੇ, ਕਹਿੰਦੇ मैं वैरागी उसनूं समझदा एक भाए लिव लागी, जिसने मन दे भांडे नूं सतपुरुषां दे सन्मुख लिआंदा, साधुआं दी संगत च बैठिया ते परमात्मा दे नाम दी भिखिया मंगी।
ਤੇ ਜਦੋਂ ਮਨ ਰੂਪੀ ਭਾਂਡੇ ਵਿੱਚ ਰੱਬ ਦਾ ਨਾਮ ਟਿਕ ਗਿਆ, ਕਹਿੰਦੇ ਫਿਰ ਏਕ ਭਾਏ ਲਿਵ ਲਾਗੀ, ਇੱਕ ਰਸ ਉਹਦੀ ਲਿਵ ਨਾਮ ਵਿੱਚ ਲੱਗ ਗਈ, ਉਹਦਾ ਜਿਹੜਾ ਜੀਵਨ ਸੀ ਉਹ ਸਫਲਾ ਹੋ ਗਿਆ। ਅਸਲ ਵੈਰਾਗੀ ਉਹ ਹੈ, ਮੰਗਣਾ ਹੈ ਤੇ ਪਰਮਾਤਮਾ ਦਾ ਨਾਮ ਮੰਗੋ, ਅਕਾਲ ਪੁਰਖ ਦੇ ਨਾਮ ਦੀ ਭਿਕਸ਼ਾ ਮੰਗੋ। ਜੇ ਆਸਾ ਅੰਦੇਸਾ ਤਜ ਰਹਿ, ਗੁਰਮੁਖ ਭਿਖਿਆ ਨਾਓ। ਆਸਾ ਅੰਦੇਸਾ, ਆਸਾਵਾਂ ਛੱਡ ਕੇ, ਮਨ ਦੇ ਭਾਂਡੇ ਵਿੱਚ ਹੋਰ ਮੰਗਾਂ ਮੰਗਣੀਆਂ ਛੱਡ ਕੇ ਰੱਬ ਦੇ ਨਾਮ ਨੂੰ ਮੰਗੋ। ਅੱਗੇ ਕਹਿੰਦੇ ਨੇ ਬ੍ਰਾਹਮਣ ਵਾਦ ਪੜ੍ਹੈ ਕਰ ਕਿਰਿਆ, ਕਰਨੀ ਕਰਮ ਕਰਾਏ। ਬ੍ਰਾਹਮਣ ਕੀ ਕਰਦਾ ਹੈ? ਧਾਰਮਿਕ ਗ੍ਰੰਥ ਪੜ੍ਹਦਾ ਹੈ, ਪੜ੍ਹ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦਨ। ਵੇਦ ਪੜ੍ਹਦਾ ਹੈ ਕਾਹਦੇ ਲਈ? ਲੋਕਾਂ ਨੂੰ ਚਰਚਾ ਵਿੱਚ ਹਰਾਉਣ ਦੇ ਲਈ, ਵੀ ਮੈਂ ਚਰਚਾ ਜਿੱਤਣੀ ਹੈ। ਮਹਾਰਾਜ ਕਹਿੰਦੇ ਉਹਨੇ ਵੇਦ ਪੜ੍ਹ ਲਏ, ਲੋਕਾਂ ਨਾਲ ਬੈਸਮ ਬੈਸਾ ਉਸਨੇ ਕੀਤਾ ਹੈ, ਕਰ ਕਿਰਿਆ, ਔਰ ਵੇਦਾਂ ਦੇ ਅਨੁਸਾਰ ਉਸਨੇ ਕਰਮ ਕਾਂਡ ਕੀਤੇ, ਕਰਨੀ ਕਰਮ ਕਰਾਏ। ਤੇ ਹੋਰਾਂ ਕੋਲੋਂ ਵੀ ਉਹਨੇ ਕਰਮ ਧਰਮ ਕਰਵਾਉਣੇ ਸ਼ੁਰੂ ਕਰ ਦਿੱਤੇ। ਹੋਰਾਂ ਕੋਲੋਂ ਵੀ ਵੇਦਾਂ ਦੇ ਅਨੁਸਾਰ ਸ਼ੁੱਧ ਆਚਰਣ ਆਪਣਾ ਸਮਝ ਕੇ ਹੋਰਾਂ ਨੂੰ ਉਸ ਆਚਰਣ ਵਿੱਚ ਢਾਲਣਾ ਸ਼ੁਰੂ ਕਰ ਦਿੱਤਾ। ਸਰਾਧ ਆਦਿਕ ਉਸਨੇ ਕਰਮ ਕਰਵਾਉਣੇ ਕੀਤੇ, ਕਰਮ ਕਾਂਡ ਉਸਨੇ ਕਰਵਾਉਣੇ ਕੀਤੇ। ਪਰ ਗੁਰੂ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਇੱਕ ਗੱਲ ਕਹਿੰਦੇ ਨੇ, ਬਿਨ ਨਾਵੈ ਧ੍ਰਿਗ ਧ੍ਰਿਗ ਅਹੰਕਾਰ। ਨਾਮ ਤੋਂ ਬਿਨਾਂ ਯਾਦ ਰੱਖੀ, ਪਰਮਾਤਮਾ ਦੇ ਨਾਮ ਤੋਂ ਬਿਨਾਂ ਜਿਹੜੇ ਵਾਂਝੇ ਨੇ ਉਹਨਾਂ ਦਾ ਹਰ ਕਰਮ ਕੀਤਾ ਹੋਇਆ ਕਰਮ ਕਾਂਡ ਬਹੁ ਕਰੈ ਆਚਾਰ, ਵਿਅਰਥ ਚਲਿਆ ਜਾਂਦਾ ਹੈ ਜਿਸ ਕਰਮ ਵਿੱਚ ਰੱਬ ਦਾ ਨਾਮ ਨਹੀਂ ਹੁੰਦਾ। ਸੋ ਮਹਾਰਾਜ ਅੱਗੇ ਫੁਰਮਾਨ ਕਰਦੇ ਨੇ, ਬਿਨ ਬੂਝੈ ਕਿਛ ਸੂਝੈ ਨਾਹੀ, ਮਨ ਮੁਖ ਵਿਛੜ ਦੁਖ ਪਾਏ। ਬਿਨਾਂ ਪਰਮਾਤਮਾ ਦੇ ਨਾਮ ਨੂੰ ਸਮਝੇ ਤੋਂ, ਬਿਨਾਂ ਗੁਰੂ ਦੀ ਸ਼ਰਨ ਜਾਇਆਂ ਤੋਂ ਜਿਹੜਾ ਮਨਮੁਖ ਬੰਦਾ ਹੈ ਨਾ, ਉਹ ਸਦਾ ਹੀ ਦੁੱਖ ਪਾਉਂਦਾ ਹੈ। ਜਿਸ ਨੂੰ ਬੂਝ ਤੋਂ ਭਾਵ ਹੈ ਜੋ ਸਮਝ ਨਹੀਂ ਰੱਖਦਾ ਗੁਰੂ ਦੇ ਸ਼ਬਦ ਦੀ, ਸੂਝ ਤੋਂ ਭਾਵ ਹੈ ਗਿਆਨ ਸਬੁੱਧੀ ਸਮਝ। ਜਿਨ੍ਹਾਂ ਨੂੰ ਅਸਲ ਮਾਰਗ ਦਾ ਪਤਾ ਹੀ ਨਹੀਂ ਹੈ ਉਹ ਭੜਕ ਜਾਂਦੇ ਨੇ ਵੀ ਮਨੁੱਖਾ ਜਾਮਾ ਕਿਵੇਂ ਸਫਲਾ ਕਰਨਾ ਹੈ। ਸੋ ਮਹਾਰਾਜ ਕਹਿੰਦੇ ਮਨਮੁਖ ਬੰਦਾ ਜੀਵਨ ਨੂੰ ਵਿਅਰਥ ਗਵਾਉਂਦਾ ਹੈ। ਸ਼ਬਦ ਮਿਲੈ ਸੇ ਸੂਚਾਚਾਰੀ, ਸਾਚੀ ਦਰਗਹਿ ਮਾਨੇ। ਸੂਚ ਆਚਾਰੀ, ਸੂਚ ਦਾ ਭਾਵ ਹੈ ਚੰਗਾ ਆਚਰਣ, ਸੁਚਮ ਰੱਖਣੀ, ਅੰਦਰੋਂ ਵੀ ਜਿਹੜਾ ਸ਼ੁੱਧ ਹੈ। ਮਹਾਰਾਜ ਕਹਿੰਦੇ ਜਿਹੜਾ ਸ਼ਬਦ ਵਿੱਚ ਅਭੇਦ ਹੋਇਆ ਹੈ, ਜਿਹੜਾ ਗੁਰਮੁਖ ਬਣ ਗਿਆ, ਗੁਰੂ ਵੱਲ ਜਿਸ ਨੇ ਮੁਖ ਕੀਤਾ, ਉਹ ਸੂਚਾਚਾਰੀ ਹੈ। ਉਸ ਦਾ ਜੀਵਨ ਸਫਲਾ ਮਹਾਰਾਜ ਪਾਤਸ਼ਾਹ ਕਹਿੰਦੇ ਹੁੰਦਾ ਹੈ। ਅਤੇ ਉਹ ਸੱਚੀ ਦਰਗਾਹ ਲੋਕ ਪਰਲੋਕ ਅੰਦਰ ਮਾਣ ਪਾਉਂਦੇ ਹਨ। ਅਨ ਦਿਨ ਨਾਮ ਰਤਨ ਲਿਵ ਲਾਗੇ, ਜੁਗ ਜੁਗ ਸਾਚ ਸਮਾਨੇ। ਕਿਉਂਕਿ ਉਹ ਦਿਨ ਰਾਤ ਨਾਮ ਰੂਪੀ ਰਤਨ ਦੇ ਵਿੱਚ ਮਨ ਲਾ ਕੇ ਰੱਖਦੇ ਨੇ, ਜੁਗ ਤੋਂ ਭਾਵ ਜੁੜ ਕੇ ਰਹਿੰਦੇ ਨੇ ਅਤੇ ਸੱਚੇ ਵਾਹਿਗੁਰੂ ਵਿੱਚ ਸਮਾ ਜਾਂਦੇ ਹਨ। ਦੀਨ ਦੁਨੀਆ ਦੇ ਮਾਲਕ ਕਹਿੰਦੇ, ਸਗਲੇ ਕਰਮ ਧਰਮ ਸੁਚ ਸੰਜਮ, ਜਪ ਤਪ ਤੀਰਥ ਸ਼ਬਦ ਵਸੇ। ਸਭ ਕਰਮ ਧਰਮ ਜਿਹੜੇ ਨੇ ਨਾ ਨਾਮ ਵਿੱਚ ਹੀ ਆ ਜਾਂਦੇ ਨੇ। ਸੰਜਮ ਇੰਦਰੀਆਂ ਨੂੰ ਬੁਰੇ ਕਰਮਾਂ ਤੋਂ ਰੋਕਣਾ, ਸੁਚਮ ਸਰੀਰ ਦੀ ਸੁੱਚ ਰੱਖਣੀ, ਜਪ ਕਿਸੇ ਮੰਤਰ ਦਾ ਜਾਪ ਕਰਨਾ, ਤਪ ਤਪੱਸਿਆ ਕਰਨੀ। ਕਹਿੰਦੇ ਜਪ ਤਪ ਸੰਜਮ ਸਾਰਾ ਸ਼ਬਦ ਦੇ ਅਭਿਆਸ ਵਿੱਚ ਹੈ। ਜਿਹੜਾ ਵੀ ਚੌਂਕੜਾ ਲਾਵੇਗਾ ਰੱਬ ਦੇ ਗੀਤ ਗਾਵੇਗਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਨਾਨਕ ਸਤਿਗੁਰ ਮਿਲੈ ਮਿਲਾਇਆ ਦੂਖ ਪ੍ਰਾਸ਼ਤ ਕਾਲ ਨਸੇ। ਸਤਿਗੁਰੂ ਨੂੰ ਮਿਲ ਕੇ ਅਕਾਲ ਪੁਰਖ ਦੇ ਗੀਤ ਗਾਵੇ, ਚੌਂਕੜਾ ਲਾਵੇ, ਉਹਦੇ ਜੀਵਨ 'ਚੋਂ ਦੁੱਖ, ਉਹਦੇ ਜੀਵਨ 'ਚੋਂ ਪਾਪ ਪਛਾਤਾਪ ਦੇ ਸਹਿਤ ਚਲੇ ਜਾਂਦੇ ਨੇ। ਜਿਹੜਾ ਨਾਮ ਜਪ ਕੇ ਪਛਾਤਾਪ ਕਰਦਾ ਹੈ, ਰੱਬ ਦੇ ਗੀਤ ਗਾਉਂਦਾ ਹੈ, ਸੋ ਭੇਖ ਉਹ ਸਫਲਾ ਜਿਹਦੇ ਅੰਦਰ ਰੱਬ ਦੇ ਨਾਮ ਦਾ ਕਿਣਕਾ ਹੈ। ਜੇ ਨਾਮ ਨਹੀਂ, ਬੀਜ ਨਹੀਂ, ਤੇ ਰੁੱਖ ਫਲ ਫੁੱਲ ਨਹੀਂ ਦਿੰਦਾ। ਕਿਸੇ ਵੀ ਧਰਮ ਨਾਲ ਸੰਬੰਧਿਤ ਉਹ ਨਾਮ ਜਪੋ ਤੇ ਭੇਖ ਸਫਲਾ ਹੈ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।